नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच मैं हाँ तरनजीत कौर घुम्मण हाजर च लैके तुहाडा अपना प्रोग्राम कैनेडियन इमीग्रेशन संबंधी तुहानूं देवांगे जानकारी। सो इस वक्त तुहानूं दस सी कि टोरंटो समय के मुताबिक शाम के 3 बज चुके हैं तो दिन है जी अज बुधवार। सो कैनेडियन इमीग्रेशन के उत्ते तुहाडा कोई सवाल है सानूं अज के लाइव प्रोग्राम में तुसीं कॉल कर सकते हो। हुण तक कैनेडियन इमीग्रेशन संबंधी जो तासा अपडेशनस आईयां ने ਤੇ ਵੱਖ-ਵੱਖ ਪ੍ਰੋਸੈਸ ਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ। ਸਕੋਪ ਕੀ ਹੈ ਇਸ ਵਕਤ ਕੈਨੇਡਾ ਦੇ ਵਿੱਚ ਬਿਜ਼ਨਸ ਨੂੰ ਲੈ ਕੇ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਤੁਹਾਡਾ ਕੋਈ ਸਵਾਲ ਹੈ ਸਾਨੂੰ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਵਿੱਚ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਅਪਡੇਸ਼ਨ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ। थैंक यू वेरी मच तरन जी। सब तो पहला ਤੁਹਾਨੂੰ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਤੇ ਆਰਡੀ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ। ਕੀ ਹਾਲ ਚਾਲ ਨੇ ਸਰ? तरन ऑल गुड, सब ठीक ठाक है जी। वैसे भी 2021 काफ़ी गुड रहा, ਅਸੀਂ देख रहे हैं प्रोसैसिंग काफ़ी फास्ट हो रही है। स्टूडेंट्स ਲਈ गुड रहा, स्पाउसेस ਦੇ ਕੇਸਿਸ ਜਿਹੜੇ ਆ ਹੌਲੀ ਹੌਲੀ ਹੋਣੇ ਸ਼ੁਰੂ ਹੋ ਚੁੱਕੇ ਨੇ। ਸੋ ਪੇਰੈਂਟਸ ਦੀਆਂ ਐਪਲੀਕੇਸ਼ਨਸ ਵੀ ਆ ਗਈਆਂ ਨੇ। ਸੋ ਤਾਜ਼ਾ ਅਪਡੇਸ਼ਨ ਦੀ ਗੱਲ ਕਰੀਏ ਸਰ, ਇਸ ਵਕਤ ਇਮੀਗ੍ਰੇਸ਼ਨ ਪ੍ਰੋਸੈਸ ਕਿਵੇਂ ਚੱਲ ਰਿਹਾ? ਕਿਉਂਕਿ ਆਪਾਂ ਅਪੀਲ ਦੀ ਗੱਲ ਕਰੀਏ, ਲੋਕਡਾਊਨ ਵੀ ਈਜ਼ ਹੋਣਾ ਸ਼ੁਰੂ ਹੋ ਚੁੱਕਿਆ। ਸੋ ਉਮੀਦ ਕਰ ਸਕਦੇ ਹਾਂ ਕਿ ਹੁਣ ਥੋੜਾ ਬਹੁਤ ਕੰਮ ਛੇਤੀ ਹੋਣਾ ਸ਼ੁਰੂ ਹੋ ਜਾਏਗਾ। तरन 2021 ਤੋਂ ਬਹੁਤ ਉਮੀਦਾਂ ਹੈ ਬਿਕੋਜ਼ 4 ਲੱਖ ਦਾ ਜਿਹੜਾ ਟੀਚਾ ਰੱਖਿਆ ਗਿਆ ਹੈਗਾ, ਗਵਰਨਮੈਂਟ ਹਾਲੇ ਤੱਕ ਕਹਿ ਰਹੀ ਹੈ, ਆਈਆਰਸੀਸੀ ਹਾਲੇ ਤੱਕ ਕਹਿ ਰਹੀ ਹੈ ਕਿ ਵੀ ਆਰ ਔਨ ਟਾਰਗੇਟ, ਵੀ ਆਰ ਬਿਯੋਂਡ ਟਾਰਗੇਟ ਐਜ਼ ਫਾਰ ਐਜ਼ ਫਸਟ 2 months are concerned। ਸੋ ਵਿਚ ਇਜ਼ ਅ ਵੈਰੀ ਅਮੇਜ਼ਿੰਗ ਥਿੰਗ ਬਿਕੋਜ਼ ਤੁਹਾਨੂੰ ਯਾਦ ਹੋਏਗਾ ਕਿ 27332 ਦਾ ਜਿਹੜਾ ਡਰਾ ਨਿਕਲਿਆ ਸੀਗਾ ਉਹਨੇ ਹੀ ਕਾਫੀ ਸਾਰੀ ਚੀਜ਼ਾਂ ਚੇਂਜ ਕਰ ਦਿੱਤੀਆਂ ਸੀਗੀਆਂ। ਐਂਡ ਅਦਰਵਾਈਜ਼ ਨਾਰਮਲ ਐਕਸਪ੍ਰੈਸ ਐਂਟਰੀ ਦੇ ਵਿੱਚ ਅਸੀਂ ਦੇਖਦੇ ਸੀਗੇ 3500 ਦਾ ਇੱਕ ਡਰਾ ਹੋਇਆ, 4000 ਦਾ ਦੂਸਰਾ ਹੋ ਗਿਆ, ਤਾਂ ਇਸ ਤਰ੍ਹਾਂ 7000 ਤੋਂ 27000 ਨੇ ਕਾਫੀ ਸਾਰੀਆਂ ਚੇਂਜ ਕੀਤੀਆਂ ਹੈਗੀਆਂ। ਸੋ ਇਸ ਸਾਲ ਜਿਹੜਾ ਟਾਰਗੇਟ ਹੈਗਾ ਗਵਰਨਮੈਂਟ ਦਾ 4,01,000 ਇਮੀਗ੍ਰੈਂਟਸ ਦਾ ਦੇ ਆਰ ਔਨ ਟਾਰਗੇਟ ਐਂਡ ਯੂ ਆਰ ਐਬਸੋਲਿਊਟਲੀ ਰਾਈਟ ਜੀ। ਚੀਜ਼ਾਂ ਈਜ਼ ਹੋਣੀਆਂ ਸ਼ੁਰੂ ਹੋ ਗਈਆਂ ਬਿਕੋਜ਼ ਜਿਸ ਤਰ੍ਹਾਂ ਹੁਣ 4 ਵੈਕਸੀਨਸ ਕੈਨੇਡਾ ਦੇ ਵਿੱਚ ਅਪਰੂਵ ਹੋ ਚੁੱਕੀਆਂ ਹੈਗੀਆਂ। ਸੋ ਕੁਆਂਟਿਟੀ ਜਿਹੜੀਆਂ ਵੈਕਸੀਨਸ ਦੀ ਅਵੇਲੇਬਲ ਆ ਉਹ ਜ਼ਿਆਦਾ ਤਾਦਾਦ ਦੇ ਵਿੱਚ ਅਵੇਲੇਬਲ ਹੈਗੇ ਨੇ, ਉਹਦੇ ਨਾਲ ਹੀ ਚੀਜ਼ਾਂ ਈਜ਼ ਹੋਣੀਆਂ ਸ਼ੁਰੂ ਹੋ ਗਈਆਂ। ਸੋ 2 ਦਿਨ ਤੋਂ ਸਾਨੂੰ ਪੀਲ ਦੀ ਗੱਲ ਕਰੀਏ, ਟੋਰੰਟੋ ਦੀ ਗੱਲ ਕਰੀਏ, ਉੱਥੇ ਵੀ ਈਜ਼ ਸ਼ੁਰੂ ਹੋ ਗਿਆ। ਹੁਣ ਸਟੇ ਐਟ ਹੋਮ ਖਤਮ ਹੋ ਗਿਆ ਰਿਲੇਟਿਵਲੀ, ਹੁਣ ਗ੍ਰੇ ਜ਼ੋਨ ਦੇ ਵਿੱਚ ਆ ਗਏ ਅਸੀਂ। ਐਂਡ ਇਮੀਗ੍ਰੇਸ਼ਨ ਦੇ ਨੰਬਰਸ ਦੇ ਉੱਤੇ ਵੀ ਇਹਦਾ ਇੰਪੈਕਟ ਹੁਣ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਜੀ ਬਿਲਕੁਲ, ਜਿਵੇਂ ਅਸੀਂ ਦੇਖ ਰਹੇ ਸੀ ਕਿ ਕਿਹਾ ਜਾ ਰਿਹਾ ਸੀ ਬਾਰ-ਬਾਰ ਕਿ ਮਿਸੀਸਾਗਾ ਆਫਿਸ ਦੇ ਵਿੱਚ ਵੀ ਜਿਹੜੀਆਂ ਫਾਈਲਸ ਪਈਆਂ ਨੇ, ਇਸ ਕਰਕੇ ਥੋੜਾ ਡਿਲੇ ਹੋ ਰਿਹਾ ਕਿਉਂਕਿ ਅਜੇ ਕੰਮ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਸੀ। ਸੋ ਹੁਣ ਪੀਲ ਰੀਜਨ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਲੋਕਡਾਊਨ ਥੋੜਾ ਖੁੱਲਣਾ ਸ਼ੁਰੂ ਹੋ ਚੁੱਕਿਆ। ਸੋ ਪ੍ਰੋਸੈਸ ਦੇ ਵਿੱਚ ਥੋੜੀ ਤੇਜ਼ੀ ਆਉਣੀ ਸ਼ੁਰੂ ਹੋ ਜਾਏਗੀ। ਜੀ ਬਿਲਕੁਲ। ਤੇ ਸਰ ਆਪਾਂ ਗੱਲਬਾਤ ਕਰੀਏ ਅੱਜ ਦੇ ਮੁੱਖ ਟੌਪਿਕ ਦੇ ਉੱਤੇ। ਸਭ ਤੋਂ ਪਹਿਲਾਂ ਬਿਜ਼ਨਸ ਦੇ ਬਾਰੇ ਵਿੱਚ ਗੱਲਬਾਤ ਕਰਦੇ ਹਾਂ। ਕੁਆਰੀਜ਼ ਬਹੁਤ ਆ ਰਹੀਆਂ ਨੇ ਬਿਜ਼ਨਸ ਨੂੰ ਲੈ ਕੇ, ਇਸ ਵਕਤ ਕੈਨੇਡਾ ਵਿੱਚ ਕਿਸ ਤਰੀਕੇ ਦਾ ਸਕੋਪ ਚੱਲ ਰਿਹਾ ਹੈ? ਤਰਨ ਜੀ ਬਿਜ਼ਨਸ ਦੇ ਵਿੱਚ ਕਾਫੀ ਸਾਰੀਆਂ ਓਪਰਚੁਨਿਟੀਜ਼ ਐਗਜ਼ਿਸਟ ਕਰ ਰਹੀਆਂ ਹੈਗੀਆਂ। ਅਸੀਂ ਓਨਰ ਓਪਰੇਟਰ ਦੀ ਗੱਲ ਕਰ ਲਈ, ਅਸੀਂ ਇੰਟਰਾ ਕੰਪਨੀ ਟਰਾਂਸਫਰ ਦੀ ਗੱਲ ਕਰ ਲਈ, ਅਸੀਂ ਸਟਾਰਟਅਪ ਵੀਜ਼ਾ ਦੀ ਗੱਲ ਕਰ ਲਈ, ਅਸੀਂ ਐਂਟਰਪ੍ਰੈਨਿਓਰ ਪੀਐਨਪੀ ਪ੍ਰੋਗਰਾਮਸ, ਹਰ ਪ੍ਰੋਵਿੰਸ ਦਾ ਅਲੱਗ-ਅਲੱਗ ਪ੍ਰੋਗਰਾਮ ਐਗਜ਼ਿਸਟ ਕਰਦਾ, ਉਹਦੀ ਗੱਲ ਕਰ ਲਈਏ। ਸੋ ਬਿਜ਼ਨਸਮੈਨ ਵਾਸਤੇ ਕਾਫੀ ਸਾਰੀ ਓਪਰਚੁਨਿਟੀਜ਼ ਐਗਜ਼ਿਸਟ ਕਰ ਰਹੀਆਂ। ਹਾਂ, ਇੱਕ ਚੀਜ਼ ਜ਼ਰੂਰ ਆ ਰਹੀ ਹੈਗੀ ਹੈ ਕਿ ਜਿਹੜਾ ਓਨਰ ਓਪਰੇਟਰ ਪ੍ਰੋਗਰਾਮ ਸੀਗਾ ਉਹਦੇ ਵਿੱਚ ਕਾਫੀ ਸਾਰੀਆਂ ਚੇਂਜਸ, ਕਾਫੀ ਸਾਰੀ ਤਬਦੀਲੀਆਂ ਆ ਰਹੀਆਂ। ਕੁਝ ਇੰਪਲੀਮੈਂਟ ਹੋ ਚੁੱਕੀਆਂ ਹੈਗੀਆਂ ਐਂਡ ਕੁਝ ਇੰਪਲੀਮੈਂਟ ਹੋਣ ਜਾ ਰਹੀਆਂ 1 ਅਪ੍ਰੈਲ ਤੋਂ। ਸੋ ਐਸੇ ਕਰਕੇ ਜਿਹੜੀਆਂ ਐਪਲੀਕੇਸ਼ਨਸ ਦੇ ਵਿੱਚ ਅਪਰੂਵਲ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਆ ਰਹੀ ਸੀਗੀ ਬਿਕੋਜ਼ ਗਵਰਨਮੈਂਟ ਵਾਂਟਡ ਕਿ ਨਵੇਂ ਆਸਪੈਕਟ ਦੇ ਨਾਲ ਉਹ ਫਾਈਲਸ ਨੂੰ ਦੇਖਿਆ ਜਾਵੇ। ਐਂਡ ਉਹਦੇ ਵਿੱਚ ਕੀ ਹੈਗਾ ਜੀ, ਤੁਹਾਡਾ ਬਿਜ਼ਨਸ ਜਿਹੜਾ ਜੇ ਬ੍ਰੈਂਡ ਨਿਊ ਬਿਜ਼ਨਸ ਹੋਏਗਾ ਕਿ ਤੁਹਾਡਾ ਤੇ ਉਹਦੇ ਤੇ ਓਨਰ ਓਪਰੇਟਰ ਹੋਣਾ ਥੋੜ੍ਹਾ ਜਿਹਾ ਡਿਫੀਕਲਟ ਹੋ ਜਾਏਗਾ, ਹੋਰ ਡਿਫੀਕਲਟ ਹੋ ਜਾਏਗਾ। ਹਾਲੇ ਤੱਕ ਵੀ ਡਿਫੀਕਲਟ ਸੀਗਾ ਬਟ ਹੁਣ ਉਹਦੇ ਤੇ ਅਪਰੂਵਲ ਦਿੰਦੇ ਹੋਏ 10 ਵਾਰੀ ਆਫਿਸਰ ਸੋਚਣਗੇ ਕਿ ਦੇਣਾ ਜਾਂ ਨਹੀਂ ਦੇਣਾ। ਸੋ ਬੇਸਿਕਲੀ ਤੁਹਾਡਾ ਬਿਜ਼ਨਸ ਹੈਜ਼ ਟੂ ਬੀ ਰਨਿੰਗ। ਜੇ ਬਿਜ਼ਨਸ ਤੁਹਾਡਾ ਰਨਿੰਗ ਹੈਗਾ ਆ ਤਾਂ ਹੀ ਅਪਰੂਵਲ ਹੋ ਸਕਦੀਆਂ। ਹੁਣ ਸੈਕਿੰਡ ਚੀਜ਼ ਉਹ ਹੋਰ ਆ ਗਈ ਹੈਗੀ, ਆਫਿਸਰ ਚਾਹੁੰਦੇ ਨੇ ਕਿ ਈਵਨ ਐਜ਼ ਅ ਓਨਰ ਓਪਰੇਟਰ ਤੁਸੀਂ ਆ ਰਹੇ ਹੋ, ਤੁਸੀਂ ਪੈਸਾ ਵੀ ਇਨਵੈਸਟ ਕਰ ਰਹੇ ਹੋ ਬਟ ਵੀ ਸਟਿਲ ਵਾਂਟ ਟੂ ਸੀ ਦ ਐਡਵਰਟਾਈਜ਼ਮੈਂਟ ਔਨ ਦੈਟ। ਹੁਣ ਐਡਵਰਟਾਈਜ਼ਮੈਂਟ ਕ੍ਰੀਏਟ ਕਰਨਾ ਤੇ ਐਡਵਰਟਾਈਜ਼ਮੈਂਟ ਦੇ ਉੱਤੇ ਰਨ ਕਰਨਾ, ਤੇ ਬਿਕੋਜ਼ ਤੁਸੀਂ ਤਾਂ ਇਨਵੈਸਟਮੈਂਟ ਕੀਤੀ ਹੈ, ਤੁਸੀਂ ਐਡਵਰਟਾਈਜ਼ਮੈਂਟ ਦੇ ਉੱਤੇ ਇਹ ਨਹੀਂ ਲਿਖ ਸਕਦੇ ਕਿ ਇਨਵੈਸਟਮੈਂਟ ਕਰਨ ਵਾਲਾ ਸਾਨੂੰ ਚਾਹੀਦਾ ਹੈਗਾ। ਸੋ ਆਹ ਸਾਰੀਆਂ ਚੀਜ਼ਾਂ ਇਸ ਟਾਈਮ 'ਤੇ ਥੋੜ੍ਹੀ ਜਿਹੀਆਂ ਨਜ਼ਰ ਆ ਰਹੀਆਂ, ਜਿਹੜੀ ਟੈਕਨੀਕਲ ਡਿਫੀਕਲਟੀਜ਼ ਨਜ਼ਰ ਆ ਰਹੀਆਂ ਬਟ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਈਜ਼ ਆਊਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਓਨਰ ਓਪਰੇਟਰ ਇਜ਼ ਸਟਿਲ ਵਨ ਆਫ ਦਾ ਬੈਸਟ ਪ੍ਰੋਗਰਾਮ। ਜੇ ਤੁਹਾਡਾ ਬਿਜ਼ਨਸ ਰਨਿੰਗ ਹੈਗਾ, ਅਪ ਐਂਡ ਰਨਿੰਗ ਹੈਗਾ, ਤੁਹਾਡੇ ਕੋਲ 2 ਮਹੀਨਿਆਂ ਦੇ ਘੱਟੋ ਘੱਟ PD7 ਹੈ, ਮਤਲਬ ਇੰਪਲੋਈ ਸਿਟਿੰਗ ਹੈਗੇ ਨੇ, ਉਹ ਸਾਰਾ ਤੁਸੀਂ ਪ੍ਰੂਫ ਦੇ ਸਕਦੇ ਹੋ, ਫਿਰ ਦਿਸ ਇਜ਼ ਸਟਿਲ ਅ ਗੁੱਡ ਵਨ ਆਫ ਦਾ ਬੈਸਟ ਪ੍ਰੋਗਰਾਮਸ। ਬਟ ਜੇ ਤੁਸੀਂ ਬ੍ਰੈਂਡ ਨਿਊ ਬਿਜ਼ਨਸ ਬਾਏ ਕਰਨਾ ਹੈਗਾ, ਗਵਰਨਮੈਂਟ ਵਾਂਟਸ ਟੂ ਸੀ, ਆਫਿਸਰ ਵਾਂਟਸ ਟੂ ਸੀ ਕਿ ਤੁਹਾਡਾ ਬਿਜ਼ਨਸ, ਤੁਸੀਂ ਕੁਝ ਸਟਾਕਸ ਹੈਗਾ ਤੁਹਾਡੇ ਕੋਲ, ਤੁਸੀਂ ਸਟਾਕ ਵੇਚ ਰਹੇ ਹੋ, ਤੁਹਾਡੇ ਕੋਲ ਇਨਵੈਂਟਰੀ ਹੈਗੀ ਹੈ ਜਾਂ ਨਹੀਂ ਹੈਗੀ। ਸੋ ਆਹ ਸਾਰੀ ਚੀਜ਼ਾਂ ਡਿਬੇਟੇਬਲ ਹੈਗੀਆਂ। ਸੋ ਐਸੇ ਵਾਸਤੇ ਜੇ ਤੁਹਾਡਾ ਬਿਜ਼ਨਸ ਅਪ ਐਂਡ ਰਨਿੰਗ ਹੈਗਾ ਆ ਤੇ ਐਬਸੋਲੂਟਲੀ ਸਟਿਲ ਦਿਸ ਇਜ਼ ਵਨ ਆਫ ਦਾ ਬੈਸਟ ਪ੍ਰੋਗਰਾਮ। ਇਸ ਸਾਲ ਤਰਨ ਜੀ
ਓਨਟਾਰੀਓ ਦੇ ਵਿੱਚ ਬਿਜ਼ਨਸ ਪ੍ਰੋਗਰਾਮ ਦੇ ਉੱਤੇ ਫੋਕਸ ਬਣਿਆ ਰਹੇਗਾ ਔਰ ਰਾਦਰ ਦੈਨ ਪੂਰੇ ਕੈਨੇਡਾ ਦੇ ਵਿੱਚ ਬਣਿਆ ਰਹੇਗਾ। ਦਾ ਰੀਜ਼ਨ ਇਜ਼ ਕਿ ਜਦੋਂ ਵੀ ਇਨਵੈਸਟਰ ਆਂਦਾ ਹੈਗਾ, ਬਿਜ਼ਨਸਮੈਨ ਆਂਦਾ ਹੈਗਾ, ਬਿਜ਼ਨਸ ਬਾਏ ਕਰਦਾ, ਜੌਬ ਓਪਰਚੁਨਿਟੀਜ਼ ਕ੍ਰੀਏਟ ਕਰਦਾ, ਇਕੋਨਮੀ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਦਿੰਦਾ ਹੈਗਾ, ਬਿਕੋਜ਼ ਆ ਕੇ ਘਰ ਖਰੀਦਦਾ ਹੈਗਾ, ਅਪਾਰਟਮੈਂਟਸ ਲੈਂਦੇ ਹੈਗੇ ਨੇ, ਰੈਂਟ ਤੇ ਲਿੱਤਾ ਹੈ, ਖਰੀਦਿਆ, ਤੇ ਉਹ ਸਾਰੀ ਚੀਜ਼ਾਂ ਦੇ ਵਿੱਚ ਤੁਸੀਂ ਕੰਟਰੀਬਿਊਟ ਕਰ ਰਹੇ ਹੋ। ਸੋ ਦਿਸ ਪ੍ਰੋਗਰਾਮ ਓਨਰ ਓਪਰੇਟਰ ਇਜ਼ ਸਟਿਲ ਵਨ ਆਫ ਦਾ ਬੈਸਟ ਪ੍ਰੋਗਰਾਮ। ਹੁਣ ਇਸ ਤਰ੍ਹਾਂ ਇੱਕ ਹੋਰ ਚੀਜ਼ ਹੈਗੀ ਕਿ ਕੁਝ ਪ੍ਰੋਗਰਾਮਸ, ਕੁਝ ਦੋਸਤ ਇਹੋ ਜਿਹੇ ਹੈਗੇ ਨੇ ਜਿਹੜੇ ਬੈਕ ਹੋਮ ਬਿਜ਼ਨਸ ਕਰ ਰਹੇ ਨੇ ਐਂਡ ਦੇ ਵਾਂਟ ਟੂ ਗੈਟ ਇਨਟੂ ਅ ਸਿਮਿਲਰ ਬਿਜ਼ਨਸ ਹੇਅਰ। ਸੋ ਉਹਨਾਂ ਵਾਸਤੇ ਓਨਰ ਓਪਰੇਟਰ ਇਜ਼ ਨਾਟ ਦਾ ਪ੍ਰੋਗਰਾਮ ਫॉर them। ਉਹਨਾਂ ਵਾਸਤੇ ਇੰਟਰਾ ਕੰਪਨੀ ਇਜ਼ ਅ ਪ੍ਰੋਗਰਾਮ ਫॉर them। ਇੰਟਰਾ ਕੰਪਨੀ ਟ੍ਰਾਂਸਫਰ ਦੇ ਵਿੱਚ ਤੁਸੀਂ ਜਿਹੜਾ ਸੇਮ ਬਿਜ਼ਨਸ ਬੈਕ ਹੋਮ ਕਰ ਰਹੇ ਹੋ, ਸੇਮ ਬਿਜ਼ਨਸ ਇੱਥੇ ਇਸਟੈਬਲਿਸ਼ ਕਰਨ ਜਾ ਰਹੇ ਹੈਗੇ, ਉਹਦੇ ਵਾਸਤੇ ਤੁਹਾਡੇ ਕੋਲ ਪਿਛਲੇ 2 ਸਾਲ ਦੇ ਫਾਈਨੈਂਸ਼ੀਅਲ ਜ਼ਰੂਰ ਹੋਣੇ ਚਾਹੀਦੇ ਨੇ। ਜੇ 3 ਸਾਲ ਦੇ ਹੈਗੇ ਨੇ, ਇਟ ਇਜ਼ ਮਚ ਬੈਟਰ। ਐਂਡ ਉਹਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਸੇਮ ਸੈਟ ਆਫ ਬਿਜ਼ਨਸ, ਸੇਮ ਆਈਡੀਆਜ਼ ਨੂੰ ਲੈ ਕੇ ਇੱਥੇ ਆਪਣਾ ਬਿਜ਼ਨਸ ਐਕਸਪੈਂਡ ਕਰਨ ਜਾ ਰਿਹਾ ਹੈਗਾ ਐਂਡ ਕੈਨੇਡਾ ਦੇ ਵਿੱਚ ਮੈਂ ਜੌਬ ਓਪਰਚੁਨਿਟੀਜ਼ ਵੀ ਕ੍ਰੀਏਟ ਕਰੂੰਗਾ ਉਸ ਬਿਜ਼ਨਸ ਦੇ ਰਾਹੀਂ। ਸੋ ਕੈਨੇਡੀਅਨਸ ਵਾਸਤੇ ਵੀ ਓਪਰਚੁਨਿਟੀਜ਼ ਕ੍ਰੀਏਟ ਕਰ ਰਹੀਆਂ। ਸੋ ਦੈਟ ਇਜ਼ ਅਨਦਰ ਬਿਊਟੀਫੁਲ ਪ੍ਰੋਗਰਾਮ ਜਿਹੜਾ ਅੱਜ ਦੀ ਤਰੀਕ 'ਚ ਕੰਮ ਕਰ ਰਿਹਾ ਹੈਗਾ। ਹੁਣ ਇਹਦੇ ਨਾਲ ਨਾਲ ਐਂਟਰਪ੍ਰੀਨਿਓਰ ਪ੍ਰੋਗਰਾਮ ਗੱਲ ਕਰੀਏ, ਅਸੀਂ ਓਨਟਾਰੀਓ ਦਾ ਪ੍ਰੋਗਰਾਮ ਐਗਜ਼ਿਸਟ ਕਰ ਰਿਹਾ, BC ਦਾ ਐਗਜ਼ਿਸਟ ਕਰ ਰਿਹਾ, ਮੈਨੀਟੋਬਾ ਦਾ, ਨੋਵਾ ਸਕੋਸ਼ੀਆ ਦਾ, ਨਿਊ ਬ੍ਰੰਸਵਿਕ, ਹਰ ਪ੍ਰੋਵਿੰਸ ਨੇ ਆਪਣਾ ਆਪਣਾ ਐਂਟਰਪ੍ਰੀਨਿਓਰ ਪ੍ਰੋਗਰਾਮ, ਹਰ ਇੱਕ ਦੀ ਰਿਕੁਆਇਰਮੈਂਟਸ ਡਿਫਰੈਂਟ ਹੈਗੀਆਂ। ਐਂਡ PNP ਪ੍ਰੋਗਰਾਮ ਇਹੋ ਜਿਹਾ ਹੈਗਾ ਜਿਹਦੇ ਵਿੱਚ ਚੇਂਜਸ ਆਉਂਦੀਆਂ ਰਹਿੰਦੀਆਂ ਹੈਗੀਆਂ, ਬਿਕੋਜ਼ ਪ੍ਰੋਵਿੰਸਸ ਪ੍ਰੋਗਰਾਮ ਨੂੰ ਦੇਖਦਿਆਂ ਹੋਇਆ ਕਿ ਸਾਨੂੰ ਕਿਸ ਤਰ੍ਹਾਂ ਦੇ ਕਲਾਇੰਟਸ ਮਿਲ ਰਹੇ ਨੇ, ਉਹਦੇ ਵਿੱਚ ਤਬਦੀਲੀਆਂ ਲਿਆਉਂਦੇ ਰਹਿੰਦੇ ਨੇ। ਸੋ ਬਟ ਬਿਜ਼ਨਸਮੈਨ ਵਾਸਤੇ ਦੇਰ ਆਰ ਲੋਟ ਆਫ ਓਪਰਚੁਨਿਟੀਜ਼। ਇਫ ਯੂ ਆਰ ਅ ਬਿਜ਼ਨਸਮੈਨ ਸਿਟਿੰਗ ਬੈਕ ਹੋਮ, ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋਏ ਹੋ, ਆਪਣੇ 3 ਸਾਲ ਦੇ ਫਾਈਨੈਂਸ਼ੀਅਲ ਸਾਡੇ ਨਾਲ ਸ਼ੇਅਰ ਕਰੋ, ਆਪਣਾ CVs, ਆਪਣੀ ਸਪਾਊਸ ਦਾ CV ਸਾਡੇ ਨਾਲ ਸ਼ੇਅਰ ਕਰੋ, ਜੇ ਨੈਟ ਐਸੈਟ ਦੀ ਡਿਟੇਲ ਸ਼ੇਅਰ ਕਰ ਦਿਓ, ਜੇ ਵੈਬਸਾਈਟ ਤੁਹਾਡੀ ਬਣੀ ਹੋਈ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਐਂਡ ਵੀ ਵਿਲ ਸਿਟ ਡਾਊਨ ਐਂਡ ਡਿਸਕਸ ਕਿ what is the best program that will actually work for you. Would it be intra-company transfer, owner operator ਜਾਂ ਕੋਈ ਹੋਰ ਪ੍ਰੋਗਰਾਮ? ਸੋ ਇਨਫੋਰਮੇਸ਼ਨ ਲੈਣ ਵਾਸਤੇ send us an email info@iccimmigration.ca। ਜੀ ਇਹਦੇ ਬਾਰੇ ਗੱਲ ਕਰਾਂਗੇ। ਸਾਡੇ ਨਾਲ ਦਰਸ਼ਕ ਜੁੜ ਚੁੱਕੇ ਨੇ, ਉਹਨਾਂ ਦੀਆਂ ਕਾਲਸ ਲੈਣੀਆਂ ਸ਼ੁਰੂ ਕਰੀਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਸ਼ਾਇਦ ਸਾਡਾ ਫੋਨ ਡਿਸਕਨੈਕਟ ਹੋ ਗਿਆ। ਮੈਂ ਆਪਣੀ ਸਰਵਰ ਟੀਮ ਨੂੰ ਕਹਾਂਗੀ ਕਿ ਕਰਕੇ ਸਾਨੂੰ ਕਾਲਸ ਫਾਰਵਰਡ ਕਰਨ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਹਾਂਜੀ, ਅਸੀਂ ਬ੍ਰਹਮਟਨ ਤੋਂ ਬੋਲਦੇ ਹਾਂ ਜੀ। ਜੀ। ਤੇ ਸਾਡੇ 2-3 ਨੇ ਨੈਣੀ ਦਾ ਕੋਰਸ ਕੀਤਾ ਤੇ ਉਹਦੇ 4 ਦੇ ਵਿੱਚੋਂ 3 ਨੰਬਰਾਂ 'ਚ 6 ਨੰਬਰ ਆਏ ਆ, 3 ਚੋਂ ਤੇ 1 ਚੋਂ 5 ਆਏ ਆ ਜੀ। ਤੇ ਉਹਦਾ ਅਸੀਂ ਪੁੱਛਣਾ ਵੀ ਉਹ ਕਿੱਦਾਂ ਦੁਬਾਰੇ ਉਹ 5ਵੇਂ ਸਾਡੇ ਭੇਜਾਂ ਨਾਲ ਹੀ ਚੱਲ ਜਾਊਗਾ? ਜੀ ਸਰ, ਆਪਾਂ ਕੁਝ ਪੁੱਛਣਾ ਜਾਂ ਆਨਸਰ ਦਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਧੰਨਵਾਦ ਤੁਹਾਡਾ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਮੈਮ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ। ਮੇਰਾ ਨਾਮ ਵਿਨੈ ਹੈ ਜੀ। ਜੀ ਮੈਮ, ਮੇਰਾ ਕੁਐਸਚਨ ਇਹ ਹੈ, ਮੇਰੀ 2019 ਚ OIP ਚ ਆਈ ਸੀ ਜੀ, ਅਕਤੂਬਰ ਚ ਜੀ ਫਾਈਲ ਪਿਕ ਹੋ ਗਈ ਸੀ ਜੀ, ਤੇ ਅੱਜ ਉਸ ਦੀ ਕੱਲ ਨੂੰ 1.5 ਸਾਲ ਹੋ ਗਿਆ ਜੀ, ਉਸ ਪਰ ਕੋਈ ਅਪਡੇਟ ਨਹੀਂ ਹੈ ਜੀ। ਫੋਰਨ ਵਰਕਰ ਚ ਹੋਈ ਸੀ ਮੇਰੀ OIP ਚ ਜੀ। ਜੀ ਉਹ ਕੁਝ ਪੁੱਛਣਾ ਸਰ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਮੈਮ ਇੱਕ ਚੀਜ਼ ਇਹ ਹੈ, ਮੈਂ ਐਕਸਟਰਾ ਐਂਟਰੀ ਚ ਲਗਾ ਸਕਦਾ, ਲਗਾਦਾ ਜੀ ਕਿ ਲੋੜ ਨਹੀਂ ਹੈ ਜੀ? ਹੁਣ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਇਸ ਤੋਂ ਪਹਿਲਾਂ ਜਿਨ੍ਹਾਂ ਦੀ ਬ੍ਰੈਂਪਟਨ ਤੋਂ ਕਾਲ ਆਈ ਸੀ, ਨੈਨੀ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਸੀ। ਸਰ ਜੀ, ਨੈਨੀ ਵਾਸਤੇ ਉਹ ਆਈਲੈਟ ਦੀਆਂ ਰਿਕੁਆਇਰਮੈਂਟਸ ਮੀਟ ਕਰ ਰਹੇ ਨੇ, ਬਟ ਐਜੂਕੇਸ਼ਨ ਦੀਆਂ ਤੇ ਐਕਸਪੀਰੀਅੰਸ ਦੀ ਰਿਕੁਆਇਰਮੈਂਟਸ ਜੇ ਮੀਟ ਕਰ ਰਹੇ ਨੇ, ਐਮਪਲੋਇਰ ਇੱਥੇ ਹੈਗਾ ਤੇ ਐਬਸੋਲੂਟਲੀ ਉਹਨਾਂ ਦੀ ਫਾਈਲ ਲੱਗ ਸਕਦੀ ਹੈ ਜੀ। ਪ੍ਰੋਸੈਸਿੰਗ ਹੋ ਰਹੀ ਹੈ ਨੈਨੀ ਫਾਈਲਸ ਦੀ? ਬਿਲਕੁਲ ਪ੍ਰੋਸੈਸਿੰਗ ਹੋ ਰਹੀ ਹੈ। ਪ੍ਰੋਸੈਸਿੰਗ ਟਾਈਮ ਬੜਾ ਐਕਸਟੈਂਡਡ ਚੱਲ ਰਿਹਾ ਹੈਗਾ ਹੈ, ਬਟ ਯੈਸ ਪ੍ਰੋਸੈਸਿੰਗ ਹੋ ਰਹੀ ਹੈ ਜੀ। ਨੈਕਸਟ ਜਿਨ੍ਹਾਂ ਨੇ ਹੁਣੀ ਬ੍ਰੈਂਪਟਨ ਤੋਂ ਕਾਲ ਕੀਤੀ ਸੀ, ਇਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਕਿਹਾ ਕਿ ਐਕਸਪ੍ਰੈਸ ਐਂਟਰੀ 'ਚ ਵੀ ਲਗਾ ਸਕਦੇ? ਜੇ ਐਕਸਪ੍ਰੈਸ ਐਂਟਰੀ 19 ਦੇ ਵਿੱਚ ਇਹਨਾਂ ਦੀ ਫਾਈਲ ਪਿਕ ਹੋਈ ਸੀ ਅਕਤੂਬਰ ਦੇ ਵਿੱਚ, ਇਹਦਾ ਤੇ ਕਾਫੀ ਜ਼ਿਆਦਾ ਟਾਈਮ ਹੋ ਗਿਆ ਜੀ। ਤੁਸੀਂ ਆਪਣੇ ਕੰਸਲਟੈਂਟ ਲਾਇਰ ਦੇ ਥਰੂ ਇੱਕ ਕੁਐਰੀ ਜ਼ਰੂਰ ਪਾਓ ਆਪਣੀ ਫਾਈਲ ਦੇ ਉੱਤੇ ਐਂਡ ਐਬਸੋਲੂਟਲੀ ਤੁਸੀਂ ਦੋਨੋਂ ਵਾਲੇ ਪਾਸੇ ਜਾ ਸਕਦੇ ਸੀਗੇ। ਜੇ ਤੁਹਾਡਾ PNP ਅਪਰੂਵਡ ਸੀਗਾ ਤੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਆਪਣਾ ਅਕਾਊਂਟ ਕ੍ਰੀਏਟ ਕਰ ਸਕਦੇ, ਉਸ ਟਾਈਮ ਥਰੂ ਹੋ ਸਕਦੇ ਸੀ ਜੀ। ਬਿਲਕੁਲ। ਤੇ ਸਰ ਆਪਾਂ ਗੱਲ ਕਰ ਰਹੇ ਸੀ ਬਿਜ਼ਨਸ ਓਪਰਚੁਨਿਟੀ ਦੇ ਬਾਰੇ 'ਚ ਗੱਲ ਕਰ ਰਹੇ ਸੀ ਕਿ ਕੋਈ ਪ੍ਰੋਵਿੰਸਸ ਵਗੈਰਾ ਦਾ ਸਿਸਟਮ ਵੀ ਹੈਗਾ ਕਿ ਆ ਪ੍ਰੋਵਿੰਸ ਦੇ ਵਿੱਚ ਤੁਸੀਂ ਫਲਾਣਾ ਬਿਜ਼ਨਸ ਬਾਏ ਕਰੋ ਤਾਂ ਤੁਹਾਡਾ ਛੇਤੀ ਹੋ ਸਕਦਾ ਹੈ? ਤਰਨ ਹਰ ਪ੍ਰੋਵਿੰਸ ਅੱਜ ਦੀ ਤਰੀਕ ਦੇ ਵਿੱਚ ਆਉਂਦਾ ਕਿ ਮੇਰੇ ਕੋਲ ਬਿਜ਼ਨਸਮੈਨ ਆਉਣ। ਸੋ ਅਸੀਂ ਨੋਵਾ ਸਕੋਸ਼ੀਆ ਦੀ ਗੱਲ ਕਰ ਲਈਏ, ਨਿਊ ਬ੍ਰਾਂਸਵਿਕ ਦੀ ਗੱਲ ਕਰ ਲਈਏ, ਐਟਲਾਂਟਿਕ ਐਜ਼ ਸੱਚ ਉੱਥੇ ਨਾ ਬੇਸਿਕਲੀ ਉਹਨਾਂ ਨੇ ਥਰਡ ਪਾਰਟੀਜ਼ ਹਾਇਰ ਕੀਤੀਆਂ ਜਿਹੜੀ ਤੁਹਾਡੇ ਅਸੈਸਮੈਂਟਸ ਕਰਦੀਆਂ, ਤੁਹਾਡੇ ਨੈਟ ਐਸੈਟਸ ਦੀਆਂ, ਤੁਹਾਡੇ ਬਿਜ਼ਨਸ ਦੇ ਅਸੈਸਮੈਂਟਸ ਕਰਦੀਆਂ ਹੈਗੀਆਂ। ਸੋ KPMG, ਡਿਲੋਇਟ ਇਹੋ ਜਿਹੀ ਕੰਪਨੀਜ਼ ਹੈਗੀਆਂ ਜਿਹੜੀਆਂ ਉਹ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਹੈਗੀਆਂ। ਉਹ ਜਿਸ ਕੰਟਰੀ ਦੇ ਵਿੱਚ ਵੀ ਤੁਹਾਡਾ ਬਿਜ਼ਨਸ ਹੈ ਉਸ ਕੰਟਰੀ ਦੇ ਆਪਣੇ ਆਫਿਸ ਨੂੰ ਕਹਿ ਕੇ ਤੁਹਾਡੀਆਂ ਵੈਲੂਏਸ਼ਨਸ ਅਸੈਸਮੈਂਟਸ ਕਰਵਾਉਂਦੀਆਂ ਹੈਗੀਆਂ। ਉੱਥੇ ਇੱਕ ਖਰਚਾ ਤੁਹਾਡਾ ਇਹ ਐਕਸਟਰਾ ਹੈਗਾ। ਅਦਰ ਦੈਨ ਦੈਟ ਉੱਥੇ ਜਿਹੜੀ ਫਾਈਲਸ ਹੈਗੀਆਂ ਉਹ ਕਾਫੀ ਸਪੀਡ ਦੇ ਨਾਲ ਮੂਵ ਹੁੰਦੀਆਂ ਹੈਗੀਆਂ। ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਗੱਲ ਕਰੀਏ, ਐਟਲਾਂਟਿਕ ਇਜ਼ ਵਨ ਪ੍ਰੋਵਿੰਸ, ਐਟਲਾਂਟਿਕ
ਤੇ ਚਾਰੇ ਪ੍ਰੋਵਿੰਸਸ ਦੇ ਆਰ ਮੂਵਿੰਗ ਐਕਸੀਲੈਂਟਲੀ ਵੈਲ ਔਨ ਥੀਸ ਫਾਈਲਸ ਐਂਡ ਖਾਸ ਕਰ ਨੋਵਾ ਸਕੋਸ਼ੀਆ ਦੀ ਫਾਈਲਸ ਬੜੀਆਂ ਜਲਦੀਆਂ ਮੂਵ ਹੋ ਰਹੀਆਂ ਹੈਗੀਆਂ ਕੋਈ ਵੀ ਦੋਸਤ ਬਟ ਅਗੇਨ ਡਿਪੈਂਡ ਕਰਦਾ ਹੈਗਾ ਕਿ ਬਟ ਉੱਥੇ ਆ ਕੇ ਜੇ ਤੁਸੀਂ ਉਹਦੇ ਵਿੱਚ ਆ ਰਹੇ ਹੋ ਉਸ ਪ੍ਰੋਵਿੰਸ ਦਾ ਫਾਇਦਾ ਲੈ ਰਹੇ ਹੋ ਤੁਹਾਨੂੰ ਉਸ ਪ੍ਰੋਵਿੰਸ ਦੇ ਵਿੱਚ ਹੀ ਆਪਣਾ ਬਿਜ਼ਨਸ ਐਸਟੈਬਲਿਸ਼ ਕਰਨਾ ਪਏਗਾ ਐਂਡ ਇਵੈਂਚੁਅਲੀ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਵੀ ਉੱਥੇ ਹੋ ਜਾਏਗੀ। ਸਰ ਇਹਦੇ ਲਈ ਕੀ ਕ੍ਰਾਈਟੇਰੀਆ ਮੀਟ ਕਰਨਾ ਪਏਗਾ ਕਿ ਤੁਹਾਨੂੰ ਪਿਛਲੇ ਇਨਕਮ ਦੇ ਨਾਲ ਕੁਝ ਹੋਰ ਵੀ ਦਿਖਾਉਣਾ ਪਏਗਾ ਜਾਂ ਕੋਈ ਤੁਹਾਡੀ ਐਜੂਕੇਸ਼ਨ ਦੀ ਰਿਕੁਆਇਰਮੈਂਟਸ ਵਗੈਰਾ ਚਾਹੀਦੀਆਂ ਹੋਣ? ਤਰਨ ਜਿਹੜੇ ਅਸੀਂ ਨੋਵਾ ਸਕੋਸ਼ੀਆ ਨਿਊ ਬ੍ਰੰਸਵਿਕ ਦੀ ਗੱਲ ਕਰੀਏ ਉੱਥੇ ਤੇ ਗ੍ਰੇਡ 12 ਦੇ ਨਾਲ ਵੀ ਤੁਸੀਂ ਆਰਾਮ ਦੇ ਨਾਲ ਕੁਆਲੀਫਾਈ ਕਰ ਜਾਂਦੇ ਹੈਗੇ ਹੋ ਬਟ ਅਗੇਨ ਆਫਿਸਰਸ ਦੇਖਣਾ ਚਾਹੁੰਦੇ ਨੇ ਕਿ ਪਿੱਛੇ ਤੁਹਾਡਾ ਐਕਸਪੀਰੀਅੰਸ ਕੀ ਹੈਗਾ ਪਿਛਲਾ ਬਿਜ਼ਨਸ ਮੈਨੇਜਮੈਂਟ ਦਾ ਐਕਸਪੀਰੀਅੰਸ ਹੈ ਤੁਸੀਂ ਸੇਮ ਬਿਜ਼ਨਸ ਬਾਏ ਕਰ ਰਹੇ ਹੋ ਤੁਹਾਡੇ ਐਸੈਟਸ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸਪੋਰਟ ਕਰ ਸਕਦੇ ਹੋ ਡਿਊਰਿੰਗ ਵੈਨ ਯੂ ਆਰ ਐਸਟੈਬਲਿਸ਼ਿੰਗ ਯੂਰ ਬਿਜ਼ਨੈਸਸ ਸੋ ਉਹ ਸਾਰੀਆਂ ਚੀਜ਼ਾਂ ਦੇ ਵੈਰੀਫਿਕੇਸ਼ਨ ਦੇ ਉੱਤੇ ਉੱਥੇ ਟਾਈਮ ਜ਼ਿਆਦਾ ਲੱਗਦਾ ਐਂਡ ਉੱਥੇ ਆ ਕੇ ਪਹਿਲੇ ਤੁਹਾਨੂੰ ਵਰਕ ਪਰਮਿਟ ਮਿਲਦਾ ਹੈਗਾ ਫਿਰ ਤੁਸੀਂ ਆਪਣਾ ਬਿਜ਼ਨਸ ਐਸਟੈਬਲਿਸ਼ ਕਰਦੇ ਹੋ ਜਦੋਂ ਬਿਜ਼ਨਸ ਐਸਟੈਬਲਿਸ਼ ਹੋ ਜਾਂਦਾ ਤੁਹਾਨੂੰ ਐਸਕਰੋ ਅਮਾਉਂਟ ਵੀ ਵਾਪਸ ਆ ਜਾਂਦੀ ਹੈ ਤੇ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੀ ਫਾਈਲਸ ਵੀ ਪ੍ਰੋਸੈਸ ਹੋਣੀ ਇਹਦੇ ਬਾਰੇ ਗੱਲ ਕਰਾਂਗੇ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਬੋਲ ਰਹੇ ਹਾਂਜੀ ਦੱਸੋ ਜੀ ਕੀ ਸਵਾਲ ਹੈ? ਮੈਂ ਇੱਕ ਸਾਡੇ ਨਾ ਰਿਸ਼ਤੇਦਾਰੀ ਦੇ ਵਿੱਚ ਕਲੋਜ਼ ਕੁੜੀ ਆਈ ਸੀ ਪੜ੍ਹਨ ਵਾਸਤੇ ਉਹਦੇ ਹਸਬੈਂਡ ਨੂੰ 2 ਵਾਰੀ ਜਵਾਬ ਮਿਲ ਗਿਆ ਜੀ ਜੀ ਤੇ ਹੁਣ ਉਹ ਕੁੜੀ ਵਰਕ ਪਰਮਿਟ ਤੇ ਹੁਣ ਜੇ ਉਹ ਫਾਈਲ ਲਾਵੇ ਤਾਂ ਫਿਰ ਉਹਦਾ ਪ੍ਰੋਸੈਸ ਹੋ ਸਕਦਾ ਠੀਕ ਆ ਸਕਦਾ ਬੇਟਾ ਉਹਦਾ ਹਸਬੈਂਡ ਆ ਸਕਦੇ ਨੇ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ ਸਰ। ਤਰਨ ਮੈਂ ਹਮੇਸ਼ਾ ਕਹਿਣਾ ਜੀ ਜਦੋਂ ਤੁਸੀਂ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਲਗਾ ਰਹੀ ਹੈ ਆਪਣਾ ਰਿਲੇਸ਼ਨਸ਼ਿਪ ਮੈਂਸ਼ਨ ਕੀਤਾ ਜਾਂ ਨਹੀਂ ਕੀਤਾ ਕਿਤੇ ਵੀਜ਼ਾ ਲੱਗਣ ਤੇ ਟਰੈਵਲ ਕਰਨ ਦੇ ਵਿਚਕਾਰ ਤਾਂ ਮੈਰਿਜ ਨਹੀਂ ਕੀਤੀ ਉਸ ਤੋਂ ਬਾਅਦ ਇਨਫੋਰਮ ਵੀ ਨਹੀਂ ਕੀਤਾ ਦਿਸ ਕੈਨ ਬੀ ਵਨ ਰੀਜ਼ਨ ਨਾਰਮਲੀ ਐਜ਼ ਪਰ ਲਾਅ ਤੁਹਾਡਾ ਡਿਪੈਂਡੈਂਟ ਸਪਾਊਸ ਡਿਪੈਂਡੈਂਟ ਵਰਕ ਪਰਮਿਟ ਵਾਸਤੇ ਐਲੀਜੀਬਲ ਹੈਗਾ ਆ ਐਂਡ ਅੱਜ ਦੀ ਤਰੀਕ ਦੇ ਵਿੱਚ ਜੇ ਇਹਨਾਂ ਨੂੰ 2 ਵਾਰੀ ਰਿਫਿਊਜ਼ਲ ਹੋ ਗਿਆ ਤੇ ਇਹਨਾਂ ਕੋਲ ਰਿਫਿਊਜ਼ਲ ਦੇ ਰੀਜ਼ਨਸ ਆਏ ਹੋਣਗੇ ਸੋ ਉਹ ਰੀਜ਼ਨਸ ਐਡਰੈਸ ਕਰਨੇ ਜ਼ਰੂਰੀ ਹੈਗੇ ਨੇ ਐਂਡ ਸੈਕੰਡ ਆਫ ਆਲ ਇਹਨਾਂ ਦੇ ਸਰਕਮਸਟੈਂਸਸ ਸਿਰਫ ਇਹਨਾਂ ਨੂੰ ਹੀ ਪਤਾ ਹੈਗੇ ਨੇ। ਇੱਕ ਚੀਜ਼ ਇੱਥੇ ਹੋਰ ਹੈਗੀ ਤਰਨ ਕਿ ਜੇ ਅੱਜ ਇਹਨਾਂ ਦੇ ਕੋਲ ਨੌਕਰੀ ਜੌਬ ਹੋਵੇ ਇਸ ਬੇਟੀ ਦੇ ਕੋਲ ਤੇ ਆਪਣੇ ਸਪਾਊਸ ਨੂੰ ਟੈਕਨੀਕਲੀ ਐਜ਼ ਪਰ ਲਾਅ ਉਹ ਡਿਪੈਂਡੈਂਟ ਵੀਜ਼ਾ ਵਾਸਤੇ ਬੁਲਾ ਸਕਦੀ ਹੈ ਬਟ ਇਹਨਾਂ ਨੂੰ ਰਿਫਿਊਜ਼ਲ ਲੈਟਰ ਲੈ ਕੇ ਆਪਣਾ ਸਾਰਾ ਕੇਸ ਸਾਡੇ ਨਾਲ ਆ ਕੇ ਡਿਸਕਸ ਕਰਨਾ ਪਏਗਾ ਐਂਡ ਵੀ ਕੈਨ ਅਸਿਸਟ ਯੂ ਐਂਡ ਵੀ ਕੈਨ ਗਾਈਡ ਯੂ ਫॉर दिस। ਸਰ ਇਹਦੇ ਵਿੱਚ ਇਹ ਵੀ ਇੱਕ ਰੀਜ਼ਨ ਹੋ ਸਕਦਾ ਜਿਵੇਂ ਕਿਸੇ ਸਪਾਊਸ ਦਾ ਪਹਿਲਾਂ ਤੋਂ ਹੀ ਕੋਈ ਕੈਨੇਡਾ ਦੇ ਵਿੱਚ ਰਿਜੈਕਸ਼ਨ ਲੱਗੀ ਹੋਵੇ ਜਾਂ ਕਿਸੇ ਹੋਰ ਮੁਲਕ ਦੀ ਡਿਪੋਰਟੇਸ਼ਨ ਹੋਈ ਹੋਵੇ ਤਾਂ ਉਹਦਾ ਇਫੈਕਟ ਵੀ ਪੈਂਦਾ ਹੈ 100% ਤਰਨ ਹੁੰਦਾ ਕੀ ਹੈਗਾ ਕਈ ਵਾਰੀ ਨਾ ਜਦੋਂ ਅਸੀਂ ਡਿਪੈਂਡੈਂਟ ਐਪਲੀਕੇਸ਼ਨ ਜਾਂ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨ ਲਗਾਉਂਦੇ ਆ ਨਾ ਅਸੀਂ ਸੋਚਦੇ ਹਾਂ ਕਿ ਉੱਥੇ ਲਿਖਿਆ ਹੁੰਦਾ ਇੱਕ ਕਾਲਮ ਹੈਗਾ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਹੈਵ ਯੂ ਐਵਰ ਬੀਨ ਰਿਫਿਊਜ਼ਡ ਫॉर ਐਨੀ ਕੰਟਰੀ ਤੇ ਤੁਸੀਂ ਸਿਰਫ ਕੈਨੇਡਾ ਦਾ ਜਵਾਬ ਦਿੰਦੇ ਹੋ ਜਾਂ ਤੁਸੀਂ ਕਹਿੰਦੇ ਹੋ ਯਾਰ 10 ਸਾਲ ਪਹਿਲਾਂ ਸੀਗਾ ਆਪਾਂ ਇਨਫੋਰਮੇਸ਼ਨ ਕਿਉਂ ਦੇਣੀ ਹੈਗੀ ਹੈ ਕਿਸੇ ਵੀ ਕੰਟਰੀ ਦਾ ਤੁਹਾਡੇ ਉੱਤੇ ਰਿਫਿਊਜ਼ਲ ਹੈਗਾ ਭਾਵੇਂ ਯੂਕੇ ਦਾ ਹੈਗਾ USA ਦਾ ਹੈਗਾ ਆ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਹੈਗਾ ਆ ਇਟ ਹੈਜ਼ ਟੂ ਬੀ ਮੈਂਸ਼ਨ ਐਂਡ ਜੇ ਕੈਨੇਡਾ ਦਾ ਵੀ ਹੈਗਾ 10 ਸਾਲ ਪੁਰਾਣਾ ਹੈ 20 ਸਾਲ ਪੁਰਾਣਾ ਹੈ 15 ਸਾਲ ਪੁਰਾਣਾ ਹੈ ਇਟ ਹੈਜ਼ ਟੂ ਬੀ ਮੈਂਸ਼ਨ ਬਿਕੋਜ਼ ਉਹਦੇ ਤੋਂ ਆਫਿਸਰ ਕਈ ਵਾਰੀ ਡਿਟਰਮਿਨ ਕਰ ਲੈਂਦੇ ਕਿ ਆਪ ਬੰਦਾ ਝੂਠ ਬੋਲ ਰਿਹਾ ਹੈਗਾ ਬਿਕੋਜ਼ ਜਦੋਂ ਤੁਸੀਂ ਇਹੋ ਜਿਹੀ ਚੀਜ਼ਾਂ ਮੈਂਸ਼ਨ ਨਹੀਂ ਕਰਦੇ ਤਾਂ ਉਹਦੇ ਬੇਸ ਦੇ ਉੱਤੇ ਤੁਹਾਡੀ ਫਾਈਲ ਬਲੈਕ ਲਿਸਟ ਹੋ ਜਾਂਦੀ ਹੈਗੀ ਜੀ ਬਿਲਕੁਲ। ਵਾਪਸ ਆਪਾਂ ਟੌਪਿਕ ਦੇ ਆਈਏ ਬਿਜ਼ਨਸ ਦੇ ਉੱਤੇ ਗੱਲਬਾਤ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਇਹਦੇ ਬੇਸ ਦੇ ਉੱਤੇ ਤੁਹਾਨੂੰ PR ਵੀ ਮਿਲ ਸਕਦੀ ਆ ਫੈਮਿਲੀ ਬੇਸ ਦੇ ਉੱਤੇ ਆ ਸਕਦੀ ਹੈ ਨਾਲ ਬਿਲਕੁਲ ਤਰਨ ਜੀ ਜਦੋਂ ਪ੍ਰਿੰਸੀਪਲ ਐਪਲੀਕੈਂਟ ਨੂੰ ਵੀਜ਼ਾ ਲੱਗਦਾ ਤੇ ਫੈਮਿਲੀ ਨੂੰ ਵੀ ਡਿਪੈਂਡੈਂਟ ਵੀਜ਼ਾਸ ਗ੍ਰਾਂਟ ਕਰ ਦਿੱਤੇ ਜਾਂਦੇ ਨੇ ਸੋ ਸਪਾਊਸ ਨੂੰ ਵੀ ਡਿਪੈਂਡੈਂਟ ਵਰਕ ਪਰਮਿਟ ਮਿਲ ਜਾਂਦਾ ਹੈਗਾ ਬੱਚਿਆਂ ਨੂੰ ਡਿਪੈਂਡੈਂਟ ਸਟੱਡੀ ਪਰਮਿਟਸ ਮਿਲ ਜਾਂਦੇ ਨੇ। ਜੀ ਇਹਦੇ ਬਾਰੇ ਗੱਲ ਕਰਾਂਗੇ ਦਰਸ਼ਕ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ ਸੋ ਇੱਕ ਕਰਕੇ ਅਸੀਂ ਕਾਲਸ ਲੈਣੇ ਆ ਤੇ ਨਾਲ ਦੀ ਨਾਲ ਫਿਰ ਆਪਣੇ ਟੌਪਿਕ ਦੇ ਉੱਤੇ ਵਾਪਸ ਆਉਂਦੇ ਆ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਕੈਨੇਡਾ ਤੋਂ ਬੋਲਦੇ ਆ ਮੈਡਮ ਮੇਰੇ ਬੇਟੇ ਨੇ ਨਾ ਆਪਣੀ ਵਾਈਫ ਦਾ ਸਪਾਊਸ ਵੀਜ਼ਾ ਲਾਇਆ ਫਾਈਲ ਨੰਬਰ ਆ ਗਿਆ ਉਸ ਤੋਂ ਬਾਅਦ ਕਿੰਨਾ ਟਾਈਮ ਲੱਗ ਸਕਦਾ ਹੁਣ ਕਦੋਂ ਲਗਾਇਆ ਸੀ ਜੀ? ਉਹ ਸਤੰਬਰ 'ਚ ਲਗਾਇਆ ਸੀ ਤੇ ਫਾਈਲ ਨੰਬਰ ਹੁਣ ਆਇਆ ਉਸ ਤੋਂ ਬਾਅਦ ਮਤਲਬ ਆਉਣ ਦਾ ਕਿੰਨਾ ਟਾਈਮ ਲੱਗ ਸਕਦਾ ਹੁਣ ਇੱਥੇ ਕੈਨੇਡਾ 'ਚ? ਆਪਾਂ ਟੀਵੀ ਸਕਰੀਨ ਤੇ ਆਨਸਰ ਦੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਅਗਲੇ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਅਸੀਂ ਬ੍ਰੈਂਪਟਨ ਤੋਂ ਬੋਲਦੇ ਹਾਂ ਜੀ ਦੱਸੋ ਜੀ ਕੀ ਸਵਾਲ ਹੈ? ਹਾਂਜੀ ਤੁਸੀਂ ਟੀਵੀ ਤੇ ਆਵਾਜ਼ ਨਾ ਸੁਣੋ ਜੀ, ਫੋਨ ਤੇ ਸਾਡੇ ਨਾਲ ਗੱਲ ਕਰੋ। ਕੀ ਸਵਾਲ ਹੈ ਤੁਹਾਡਾ? ਕਿੱਥੋਂ ਬੋਲਦੇ ਆ ਜੀ? ਬ੍ਰੈਂਪਟਨ ਤੋਂ ਜੀ। ਕਾਂਦਰੀ ਦੇ ਅਸੀਂ ਪੁੱਛਣਾ ਆ ਕਿ ਜਦੋਂ ਜਿਹੜੇ ਪੇਰੈਂਟਸ ਦੇ ਲਾਟਰੀ ਸਿਸਟਮ ਦੇ ਪੇਪਰ ਆ ਉਹ ਕਦੋਂ ਲੱਗਣੇ? ਕਦੋਂ ਲੱਗਣੇ ਨੇ ਪੇਪਰਸ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਹਾਂਜੀ ਮੈਂ ਮਿਕਸੀ ਸਾਹਿਬ ਗੱਲ ਬੋਲ ਰਿਹਾ ਤੇ ਮੈਂ ਪੁੱਛਣਾ ਸੀ ਮੈਂ ਵਰਕ ਪਰਮਿਟ ਤੇ ਹੋ ਗਿਆ ਹੁਣ ਤੇ ਮੈਂ ਕੋਈ ਸਟੱਡੀ ਕਰ ਸਕਦਾ ਪਾਰਟ ਟਾਈਮ ਕਰਨੀ ਹੋਵੇ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਸਰ ਪਹਿਲਾਂ ਜਿਨ੍ਹਾਂ ਦਾ ਸਪਾਊਸ ਵੀਜ਼ਾ ਨੂੰ ਲੈ ਕੇ ਆਇਆ ਸੀ ਕਿ ਸੈਪਟੰਬਰ 'ਚ ਫਾਈਲ ਲਗਾਈ ਸੀ, ਹੁਣ ਉਹਨਾਂ ਦਾ ਨੰਬਰ ਆਇਆ ਤੇ ਕਦੋਂ ਤੱਕ ਆ ਸਕਦਾ? ਤਰ੍ਹਾਂ ਜਿਹੜਾ ਸਪਾਊਜ਼ਲ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਟਾਈਮ ਹੈ ਉਹ ਤਕਰੀਬਨ 1 ਸਾਲ ਦਾ ਹੈਗਾ ਜੀ। ਸੋ ਹਲੇ 6-8 ਮਹੀਨੇ ਪਏ ਹੋਏ ਨੇ ਤੁਹਾਡੇ ਡਾਟਰ ਇਨ ਲਾ ਦੀ ਫਾਈਲ ਨੂੰ ਪ੍ਰੋਸੈਸ ਹੋਣ ਵਾਸਤੇ, ਤੇ ਤੁਹਾਨੂੰ ਪੇਸ਼ੈਂਟਲੀ ਵੇਟ ਕਰੋ ਜੀ। ਐਂਡ ਹੋਪਫੁਲੀ ਅੱਜ ਦੀ ਤਰੀਕ ਦੇ ਵਿੱਚ ਸਪਾਊਜ਼ਲ ਫਾਈਲਸ ਦੇ ਉੱਤੇ ਖਾਸ ਕਰ ਇੱਕ ਚੀਜ਼ ਹੈਗੀ ਹੈ ਕਿ ਕਾਫੀ ਸਾਰੀ ਫਾਈਲ ਜਲਦੀ ਮੂਵ ਹੋ ਰਹੀਆਂ, ਹੋਣੀਆਂ ਸ਼ੁਰੂ ਹੋ ਗਈਆਂ, ਬਿਕੋਜ਼ ਕਾਫੀ ਸਾਰੇ ਆਫਿਸਰਸ ਇਸ ਫਾਈਲਸ ਨੂੰ, ਐਕਸਟਰਾ ਆਫਿਸਰਸ ਇਸ ਟਾਈਮ ਇਹਨੂੰ ਲੁੱਕ ਆਫਟਰ ਕਰ ਰਹੇ ਨੇ ਇਸ ਡਿਪਾਰਟਮੈਂਟ ਨੂੰ, ਤੇ ਹੋਪਫੁਲੀ ਇਟ ਵਿਲ ਹੈਪਨ ਸੂਨ। ਐਂਡ ਬਟ ਜਿਹੜਾ ਨਾਰਮਲ ਪ੍ਰੋਸੈਸਿੰਗ ਟਾਈਮ ਹੈ ਉਹ ਵੈਸੇ 12 ਮਹੀਨਿਆਂ ਦਾ ਹੈਗਾ ਜੀ। ਨੈਕਸਟ ਸੀ ਟੋਰਾਂਟੋ ਤੋਂ ਕਾਲ ਆਈ ਸੀ ਬ੍ਰੈਂਪਟਨ ਤੋਂ, ਮੈਮ ਦੀ ਲੋਟਰੀ ਸਿਸਟਮ ਦੇ ਬਾਰੇ ਪੁੱਛ ਰਹੇ ਸੀ, ਪੇਰੈਂਟਸ ਐਪਲੀਕੇਸ਼ਨ ਦੇ ਬਾਰੇ। ਤਾਂ ਇਸ ਸਾਲ ਦੀਆਂ ਜਿਹੜੀਆਂ ਐਪਲੀਕੇਸ਼ਨ ਜਾਣੀਆਂ ਹੈਗੀਆਂ 2021 ਦੀਆਂ, ਉਹ ਐਕਸਪੈਕਟਡ ਹੈਗੀਆਂ ਕਿ ਨੈਕਸਟ ਮੰਥ ਅਪਡੇਟਸ ਆਉਣੀਆਂ ਚਾਹੀਦੀਆਂ। ਸੋ April ਦੇ ਵਿੱਚ ਪੇਰੈਂਟਲ ਐਪਲੀਕੇਸ਼ਨ ਦਾ ਕੋਈ ਅਪਡੇਟ ਆਉਣਗੀਆਂ ਜੀ, ਤੇ ਤਾਂ ਵੀ ਵਿਲ ਲੈਟ ਯੂ ਨੋ। And as of today, there is no update for 2021. April ਦੇ ਵਿੱਚ we are expecting ਕਿ ਫਾਈਲ ਦਿੱਤੀਆਂ ਜਾਣਗੀਆਂ, ਬਟ ਇਨਕਮ ਰਿਕੁਆਇਰਮੈਂਟਸ ਵਗੈਰਾ ਆਪਸ਼ਨ ਸੀ ਪ੍ਰਿੰਟ ਆਊਟ ਨੋਟਿਸ ਆਫ ਅਸੈਸਮੈਂਟ ਤੁਹਾਡੇ ਕੋਲ ਪਹਿਲੇ ਹੋਣੇ ਚਾਹੀਦੇ ਨੇ 3 ਸਾਲਾਂ ਦੇ ਬਿਫੋਰ ਯੂ ਸਬਮਿਟ ਦਾ ਫਾਈਲ ਜੀ। ਨੈਕਸਟ ਸੀ ਕਿ ਵਰਕ ਪਰਮਿਟ ਵਾਲੇ ਜਿਹੜੇ ਆ ਕੋਈ ਸਟੱਡੀ ਕਰ ਸਕਦੇ ਨੇ? ਓਕੇ, ਤਾਂ ਜਿਹੜੇ ਟੈਕਨੀਕਲੀ ਤੁਹਾਨੂੰ ਪਹਿਲੇ ਵਰਕ ਪਰਮਿਟ ਤੋਂ ਸਟੱਡੀ ਪਰਮਿਟ ਤੇ ਜਾਣਾ ਪਏਗਾ ਜੇ ਤੁਹਾਡਾ ਕੋਰਸ 6 ਮਹੀਨੇ ਤੋਂ ਜ਼ਿਆਦਾ ਹੈਗਾ ਆ। ਐਂਡ ਟੈਕਨੀਕਲੀ ਯੂ ਸ਼ੁਡ ਅਵੋਇਡ ਡੂਇੰਗ ਦਿਸ ਐਟ ਦਿਸ ਮੋਮੈਂਟ, ਬਟ ਤੁਹਾਡੇ ਸਰਕਮਸਟੈਂਸਿਸ ਮੈਨੂੰ ਨਹੀਂ ਪਤਾ। ਆਪਣੇ ਜੇ ਤੁਸੀਂ 1-on-1 ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਤਾਂ ICC ਤੇ ਸਾਨੂੰ ਕਾਲ ਕਰ ਸਕਦੇ ਹੋ, ਬਟ ਐਜ਼ ਐਨ ਇੰਟਰਨੈਸ਼ਨਲ ਜਦੋਂ ਤੁਸੀਂ ਫੋਰਨ ਵਰਕਰ ਜਾਂ ਫੋਰਨ ਸਟੂਡੈਂਟ ਇੱਥੇ ਪੜ੍ਹਾਈ ਕਰਦੇ ਹੋ, ਤੁਸੀਂ 3.5 ਟਾਈਮਸ ਫੀਸ ਪੇ ਕਰਦੇ ਹੈਗੇ ਕਾਲਜ ਦੀ ਟਿਊਸ਼ਨ ਫੀਸ। ਸੋ ਜਦੋਂ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਹੋ ਜਾਂਦੀ ਹੈ ਤੇ ਉਹਨੂੰ ਕਾਫੀ ਫਰਕ ਪੈ ਜਾਂਦਾ ਹੈਗਾ। ਸੋ ਨਾਰਮਲ ਪ੍ਰੋਸੈਸ ਜਿਹੜੀ ਅੱਜ ਤੁਸੀਂ 20,000 ਰੁਪਏ ਪੇ ਕਰਦੇ ਹੋਗੇ 1 ਸਾਲ ਦੀ ਫੀਸ, ਟਿਊਸ਼ਨ ਫੀਸ, ਉਹ ਤਕਰੀਬਨ 5-6 ਹਜ਼ਾਰ ਦੀ ਆ ਜਾਏਗੀ। ਸੋ ਇੰਨਾ ਡਰਾਸਟਿਕ ਫਰਕ ਪਏਗਾ। ਸੋ ਗੈਟ ਯੂਰ ਪਰਮਾਨੈਂਟ ਰੈਜ਼ੀਡੈਂਸੀ ਫਸਟ, ਐਂਡ ਤਾਂ ਤੁਸੀਂ ਅੱਗੇ ਪੜ੍ਹੋ, ਉਹ ਤੁਹਾਡੇ ਵਾਸਤੇ ਬੈਟਰ ਰਿਕਮੈਂਡਡ ਹੈ। ਆਨਲਾਈਨ ਕੋਰਸਿਸ ਵਗੈਰਾ ਕਰੀ ਜਾਓ, ਦੈਟਸ ਫਾਈਨ, ਜਿਹੜੀ ਮਰਜ਼ੀ ਬਾਹਰ ਦੀ ਯੂਨੀਵਰਸਿਟੀ। ਜੀ ਬਿਲਕੁਲ ਸਰ, ਆਪਾਂ ਬਿਜ਼ਨਸ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਸੀ। ਸੋ ਜਿਵੇਂ ਕਈ ਵਾਰੀ ਹੈ ਕਿ ਆਪਾਂ ਖਾਸ ਤੌਰ ਤੇ ਜੇ ਆਪਾਂ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਮੋਸਟਲੀ ਟਰਾਂਸਪੋਰਟੇਸ਼ਨ ਜਾਂ ਫਿਰ ਫਾਰਮਿੰਗ ਦੇ ਉੱਤੇ ਜ਼ਿਆਦਾ ਫੋਕਸ ਰਹਿੰਦਾ ਆ। ਸੋ ਕੀ ਇਹਨਾਂ ਦਾ ਸਕੋਪ ਇੱਥੇ ਕੈਨੇਡਾ ਦੇ ਵਿੱਚ ਹੈਗਾ ਆ, ਜੇ ਕੋਈ ਟਰਾਂਸਪੋਰਟਰ ਜਾਂ ਕੋਈ ਜ਼ਿਮੀਂਦਾਰ ਜਿਹੜਾ ਹੈ ਇੱਥੇ ਆ ਕੇ ਲੈਂਡ ਬਾਈ ਕਰਦਾ ਜਾਂ ਆਪਣੀ ਟਰਾਂਸਪੋਰਟ ਖੋਲ੍ਹਣਾ ਚਾਹੁੰਦਾ? ਬਿਲਕੁਲ ਤਰਨ, ਓਕੇ, ਆਪਾਂ ਜ਼ਮੀਨਦਾਰੀ ਦੀ ਗੱਲ ਕਰ ਲਈਏ, ਅਸੀਂ ਟਰਾਂਸਪੋਰਟੇਸ਼ਨ ਟਰੱਕਿੰਗ ਦੀ ਗੱਲ ਕਰ ਲਈਏ, ਅਸੀਂ ਲੌਜਿਸਟਿਕਸ ਦੀ ਗੱਲ ਕਰ ਲਈਏ, ਅਸੀਂ ਗੈਸ ਸਟੇਸ਼ਨ ਪੈਟਰੋਲ ਪੰਪ ਦੀ ਗੱਲ ਕਰ ਲਈਏ, ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਹੈਗੇ ਹੋ ਐਂਡ ਤੁਹਾਡਾ ਇੱਥੇ ਬਿਜ਼ਨਸ ਵੀਜ਼ਾ ਪੋਸੀਬਲ ਹੈਗਾ ਆ ਸਾਰੀ ਚੀਜ਼ਾਂ ਦੇ ਬੇਸ ਦੇ ਉੱਤੇ। ਜਿਹੜਾ ਜ਼ਮੀਂਦਾਰ ਹੈਗਾ, ਕਿਉਂਕਿ ਅਸੀਂ ਕਾਫੀ ਸਾਰੇ ਕੇਸ ਇਹੋ ਜਿਹੇ ਕੀਤੇ ਨੇ ਜਿੱਥੇ ਇੱਥੇ ਆ ਕੇ ਸਾਡੇ ਫਰੈਂਡਸ ਨੇ ਆ ਕੇ ਤੇ ਆਪਣੀ ਫਾਰਮਿੰਗ ਸ਼ੁਰੂ ਕੀਤੀ, ਆਰਗੈਨਿਕ ਫਾਰਮਿੰਗ। ਸੋ ਆਰਗੈਨਿਕ ਫਾਰਮਿੰਗ ਦੇ ਵਿੱਚ ਨਾਲ ਉਹਨਾਂ ਨੇ ਮਸ਼ਰੂਮ ਕਲਟੀਵੇਸ਼ਨ ਦੇ ਵਿੱਚ ਚਲੇ ਗਏ, ਐਂਡ ਉਹ ਵੀ ਆਰਗੈਨਿਕ ਦੇ ਵਿੱਚ, ਐਂਡ ਦੇ ਆਰ ਵੈਰੀ ਹੈਪੀ ਹੇਅਰ ਬਿਕੋਜ਼ ਇੱਥੇ ਜਿਹੜੀ ਆਊਟਪੁੱਟ ਹੈਗੀ ਹੈ ਮਿਹਨਤ ਦੇ ਨਾਲ ਉਹ ਕਾਫੀ ਵਧੀਆ ਹੈਗੀ ਹੈ ਜੀ। ਸੋ ਬਿਲਕੁਲ ਜੀ, ਜੇ ਤੁਸੀਂ ਖੇਤੀ ਦੇ ਟੀਚੇ ਤੇ ਖੇਤੀ ਦੇ ਕਰਦੇ ਆਏ ਹੋ ਬੈਕ ਹੋਮ, ਖੇਤੀ ਕਰਦੇ ਪਏ ਹੋ, ਜ਼ਮੀਂਦਾਰੀ ਕਰਦੇ ਪਏ ਹੋ, ਤੇ ਤੁਹਾਡੇ ਕੋਲ ਇੱਥੇ ਕਾਫੀ ਸਾਰੀ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ। ਜੇ ਤੁਸੀਂ ਈਵਨ ਬਿਕੋਜ਼ ਜਦੋਂ ਵੀ ਤੁਸੀਂ ਵਰਕ ਪਰਮਿਟ ਲੈ ਕੇ LMIA ਲੈ ਕੇ ਕਰਦੇ ਹੋ ਤੇ ਤੁਸੀਂ ਕਿਸੇ ਵਾਸਤੇ ਕੰਮ ਕਰ ਰਹੇ ਹੋ, ਉਹ ਤੁਹਾਡਾ ਫਾਰਮ ਵਰਕਰ, ਫਾਰਮ ਲੇਬਰ ਦਾ ਵੀਜ਼ਾ ਹੋ ਸਕਦਾ, ਫਾਰਮ ਸੁਪਰਵਾਈਜ਼ਰ ਦਾ, ਫਾਰਮ ਮੈਨੇਜਰ ਦਾ ਵੀਜ਼ਾ ਹੋ ਸਕਦਾ। ਬਟ ਜੇ ਤੁਸੀਂ ਆਪ ਆਪਣੇ ਅਗਾਂਹ ਵਧੂ ਕਿਸਾਨ ਹੈਗੇ ਹੋ, ਤੁਸੀਂ ਆਪ ਇਨੀਸ਼ੀਏਟਿਵ ਲੈ ਕੇ ਕਰਨਾ ਚਾਹੁੰਦੇ ਹੋ, ਤੇ ਐਬਸੋਲੂਟਲੀ ਦਿਸ ਇਜ਼ ਵਨ ਆਫ ਦਾ ਬੈਸਟ ਪ੍ਰੋਗਰਾਮ ਜਿਹੜਾ ਤੁਹਾਡੇ ਵਾਸਤੇ ਵਰਕ ਕਰ ਸਕਦਾ ਹੈਗਾ। ਇੱਥੇ ਬਹੁਤ ਸਾਰੇ ਸਾਡੇ ਇਹੋ ਜਿਹੇ ਵੀ ਸਾਡੇ ਕਲਾਇੰਟਸ ਆਏ ਨੇ ਜਿਨ੍ਹਾਂ ਨੇ ਆ ਕੇ ਇੱਥੇ ਐਪਲ ਆਰਚਰਡਸ ਖਰੀਦੇ ਹੈਗੇ ਨੇ, ਐਂਡ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਵੀ ਹੋ ਗਈਆਂ PNPs ਦੇ ਥਰੂ। ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਦੀਆਂ ਮੈਂ ਗੱਲ ਕਰ ਰਿਹਾ। ਐਂਡ ਜਿਹੜੇ ਆਰਗੈਨਿਕ ਫਾਰਮਿੰਗ ਵਾਸਤੇ ਆਏ ਸੀਗੇ ਉਹ ਓਨਟਾਰੀਓ ਦੇ ਵਿੱਚ ਹੈਗੇ, ਹਾਲੇ ਉਹਨਾਂ ਨੂੰ ਸਾਲ ਤੋਂ ਘੱਟ ਹੋਇਆ, ਐਂਡ ਉਹਨਾਂ ਦੀ ਫਾਈਲ ਹਾਲੇ ਪਰਮਾਨੈਂਟ ਰੈਜ਼ੀਡੈਂਸੀ ਦੀ ਲੱਗਣੀ ਹੈਗੀ ਹੈ। ਸੋ ਇਸੇ ਤਰ੍ਹਾਂ ਅਸੀਂ ਟਰੱਕਿੰਗ ਵਾਲੇ ਜਿਹੜੇ ਸਾਡੇ ਦੋਸਤ ਹੈਗੇ ਨੇ, ਮਿੱਤਰ ਹੈਗੇ ਨੇ, ਜਿਹੜੇ ਜੇ ਤੁਸੀਂ ਟਰੱਕਿੰਗ ਵੱਡੇ ਪੱਧਰ ਤੇ ਕਰਦੇ ਹੈਗੇ ਹੋ ਤੇ ਤੁਸੀਂ ਇੱਥੇ ਆ ਕੇ ਵੀ ਲੌਜਿਸਟਿਕਸ ਦੇ ਵਿੱਚ ਜਾਣਾ ਚਾਹੁੰਦੇ ਹੋ, ਤੇ ਤੁਹਾਡੇ ਵਾਸਤੇ ਓਨਰ ਆਪਰੇਟਰ, ਇੰਟਰਾ ਕੰਪਨੀ ਟਰਾਂਸਫਰ, ਕਾਫੀ ਸਾਰੀ ਕੈਟੇਗਰੀਜ਼ ਤੁਹਾਡੇ ਵਾਸਤੇ ਵੀ ਐਗਜ਼ਿਸਟ ਕਰਦੀਆਂ। ਇਸੇ ਤਰ੍ਹਾਂ ਗੈਸ ਸਟੇਸ਼ਨ ਵਾਲੇ ਜਿਹੜੇ ਸਾਡੇ ਦੋਸਤ ਹੈਗੇ ਜਿਹੜੇ ਇੰਪੋਰਟ ਐਕਸਪੋਰਟ ਕਰ ਰਹੇ ਨੇ, ਸਾਰੀਆਂ ਓਪਰਚੁਨਿਟੀਜ਼ ਬਿਜ਼ਨਸਮੈਨ ਵਾਸਤੇ ਤਰਨਜੀ ਬੇਇੰਤਹਾ ਆਪਸ਼ਨਸ ਹੈਗੀਆਂ ਐਗਜ਼ਿਸਟ ਕਰਦੀਆਂ। ਫੈਮਿਲੀ ਦੀ ਗੱਲ ਕਰੀਏ, ਫੈਮਿਲੀ ਨੂੰ ਫਿਰ ਉਦੋਂ ਤੁਸੀਂ ਨਾਲ ਬੁਲਾ ਸਕਦੇ ਹੋ ਜਦੋਂ ਤੁਹਾਨੂੰ ਵਰਕ ਪਰਮਿਟ ਇਸ਼ੂ ਹੁੰਦਾ ਹੈ, ਜਾਂ ਫਿਰ ਜਿਸ ਟਾਈਮ ਤੁਸੀਂ PR ਦੀ ਫਾਈਲ ਲਗਾਉਂਦੇ ਹੋ? ਨਹੀਂ ਜੀ, ਜਦੋਂ ਵਰਕ ਪਰਮਿਟ ਇਸ਼ੂ ਹੁੰਦਾ ਤਾਂ ਵੀ ਤੁਹਾਡੀ ਫੈਮਿਲੀ ਦਾ ਵੀ ਡਿਪੈਂਡੈਂਟ ਵੀਜ਼ਾ ਨਾਲ ਹੀ ਪ੍ਰੋਸੈਸ ਹੋ ਸਕਦਾ ਹੈਗਾ ਇਹਨਾਂ ਵੀ ਕੇਸਿਸ ਦੇ ਵਿੱਚ। ਜੀ ਬਿਲਕੁਲ। ਤੇ ਸਰ ਜਿਹੜੇ ਇੱਥੇ ਸਟੂਡੈਂਟਸ ਨੇ ਤੇ ਇੱਥੇ ਕੰਮ ਕਰਨ ਦੀ ਬਜਾਏ ਉਹ ਆਪਣਾ ਖੁਦ ਦਾ ਕੁਛ ਨਾ ਕੁਛ, ਜਿਵੇਂ 2 ਫਰੈਂਡਸ ਮਿਲ ਕੇ ਆਪਣਾ ਕੋਈ ਬਿਜ਼ਨਸ ਰਨ ਕਰਨਾ ਚਾਹੁੰਦੇ ਨੇ, ਕਿ ਉਹਨਾਂ ਲਈ ਵੀ ਓਪਰਚੁਨਿਟੀਜ਼ ਹੈਗੀਆਂ ਨੇ? 100% ਐਗਜ਼ਿਸਟ ਕਰਦੀਆਂ ਜੀ। ਐਂਡ ਉਸੇ ਤਰ੍ਹਾਂ
ਜਿਹੜੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰਦੇ ਹੋ ਤੁਸੀਂ ਉਹਦੇ ਥਰੂ ਹੀ ਓਨਰ ਆਪਰੇਟਰ ਕੈਟੇਗਰੀ ਦੇ ਵਿੱਚ ਜਾ ਕੇ ਤੁਸੀਂ ਆਪਣੇ ਬਾਅਦ ਚੋਂ LMI ਵੀ ਲੈ ਸਕਦੇ ਹੈਗੇ ਹੋ। ਤੇ ਬਿਲਕੁਲ ਜੀ ਇਟ ਇਜ਼ ਅ ਪੋਸੀਬਿਲਿਟੀ, ਕਿਉਂਕਿ ਜਦੋਂ ਵੀ ਤੁਸੀਂ ਕੋਈ ਪਿਜ਼ਾ ਸਟੋਰ ਬਾਏ ਕਰ ਲਿਆ, ਕੋਈ ਰੈਸਟੋਰੈਂਟ ਬਾਏ ਕਰ ਲਿਆ, ਉੱਥੇ ਤੁਸੀਂ ਕੰਮ ਵੀ ਕਰ ਰਹੇ ਹੋ, ਮੈਨੇਜ ਵੀ ਕਰ ਰਹੇ ਹੋ, ਤੇ ਬਿਜ਼ਨਸ ਮੈਨੇਜਰ ਵੀ ਹੈਗੇ ਹੋ, ਰੈਸਟੋਰੈਂਟ ਮੈਨੇਜਰਸ ਵੀ ਹੈਗੇ, ਤਾਂ ਉਹਦੇ ਬੇਸ ਤੇ ਤੁਸੀਂ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਵੀ ਅਪਲਾਈ ਕਰ ਸਕਦੇ ਹੋ। ਐਂਡ ਈਵਨ ਅਸੀਂ ਸੈਸਕੈਚੁਅਨ ਦੀ ਗੱਲ ਕਰੀਏ ਤਰਨਜੀਤ, ਤੇ ਸੈਸਕੈਚੁਅਨ ਨੇ ਤੇ ਇਹੋ ਜਿਹੇ ਪ੍ਰੋਗਰਾਮ PNP ਦੇ ਵਿੱਚੋਂ ਲੀਕ ਦਿੱਤੇ ਹੈਗੇ ਨੇ ਕਿ ਤੁਸੀਂ ਉਹਨਾਂ ਪ੍ਰੋਗਰਾਮ ਦੇ ਥਰੂ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਹੈਗੇ। ਜੀ ਬਿਲਕੁਲ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ, ਅਸੀਂ ਇੰਗਲੈਂਡ ਤੋਂ ਬੋਲ ਰਹੇ ਹਾਂ ਜੀ। ਹਾਂਜੀ ਸਰ, ਦੱਸੋ ਕੀ ਸਵਾਲ ਹੈ? ਹਾਂਜੀ ਮੈਡਮ ਜੀ, ਸਾਡਾ ਸਵਾਲ ਹੈ ਵੀ ਮੇਰੀ ਵਾਈਫ ਇੰਡੀਆ ਤੇ ਟੀਚਰ ਰਹੀ ਹੈ, ਤੇ ਉਹਨਾਂ ਲਈ ਕਿਹੜੀ ਜੌਬ ਕਰਨੀ ਪਊਗੀ ਆਪਾਂ ਨੂੰ ਕੈਨੇਡਾ ਵਿੱਚ ਆ ਕੇ, ਕਿਹੜੀ ਜੌਬ ਲੱਭਣੀ ਪਊਗੀ, ਤੇ ਜਿਹੜੀ ਫਾਸਟ PLA ਪ੍ਰੋਸੈਸ ਆ। ਜੀ ਸਰ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ ਸਰ। ਇਹ ਕਿੱਥੋਂ ਬੋਲ ਰਹੇ ਸੀਗੇ ਤਰਨ, ਇਹਨਾਂ ਨੇ ਕੀ ਕਿਹਾ? ਸਰ ਆਈ ਥਿੰਕ ਇਹ ਇੰਡੀਆ ਤੋਂ ਬੋਲ ਰਹੇ ਸੀ। ਇਹਨਾਂ ਨੇ ਪੁੱਛਿਆ ਸੀ ਕਿ ਇਹਨਾਂ ਦੀ ਵਾਈਫ ਇੰਡੀਆ ਦੇ ਵਿੱਚ ਟੀਚਰ ਹੈ ਤੇ ਕੈਨੇਡਾ ਵਿੱਚ ਕਿਹੜੀ ਜੌਬ ਕਰ ਸਕਦੇ ਨੇ। ਤੁਸੀਂ PR ਜੇ ਅਪਲਾਈ ਕਰਨੀ ਹੈਗੀ ਹੈ ਟੀਚਰ ਦੇ ਬੇਸ ਦੇ ਉੱਤੇ, ਤੇ ਤੁਹਾਡੀ ਏਜ 29 ਤੋਂ ਘੱਟ ਹੋਣੀ ਚਾਹੀਦੀ ਹੈ, ਤਾਂ ਹੀ ਤੁਹਾਡੀ ਐਕਸਪ੍ਰੈਸ ਐਂਟਰੀ ਦੇ ਵਿੱਚ ਐਪਲੀਕੇਸ਼ਨ ਪਿਕ ਹੋਏਗੀ। ਐਂਡ IELTS ਦੇ ਵਿੱਚ ਵੀ ਅੱਛਾ ਸਕੋਰ ਚਾਹੀਦਾ ਹੈਗਾ। ਜੇ ਅਸੀਂ PNP ਪ੍ਰੋਗਰਾਮਸ ਦੇ ਵਿੱਚ ਗੱਲ ਕਰੀਏ ਜਾਂ ਜੌਬ ਆਫਰ ਦੇ ਨਾਲ ਗੱਲ ਕਰੀਏ ਤਾਂ ਆਪਸ਼ਨ ਉਹ ਵੀ ਹੋਰ ਖੁੱਲ ਸਕਦੀਆਂ, ਬਟ ਉਹਦੇ ਵਾਸਤੇ ਤੁਹਾਡੇ ਕੋਲ ਸਪੈਸੀਫਿਕ ਇਹੋ ਜਿਹਾ ਸਬਜੈਕਟ ਹੋਣਾ ਚਾਹੀਦਾ ਜਿਹਦੇ ਵਿੱਚ ਤੁਹਾਨੂੰ ਪ੍ਰਾਈਵੇਟ ਸਕੂਲ, ਪ੍ਰਾਈਵੇਟ ਕਾਲਜ, ਪ੍ਰਾਈਵੇਟ ਇੰਸਟੀਟਿਊਟ ਤੁਹਾਨੂੰ ਜੌਬ ਆਫਰ ਦੇ ਰਿਹਾ, LMI ਜਾਂ PNP, ਤੇ ਉਹ ਕੈਟੇਗਰੀਜ਼ ਵੀ ਤੁਹਾਡੇ ਵਾਸਤੇ ਉਹ ਕੈਟੇਗਰੀ ਵੀ ਐਗਜ਼ਿਸਟ ਤਾਂ ਕਰ ਸਕਦੀ ਹੈ। ਸਰ ਇਹਨਾਂ ਦਾ ਸਵਾਲ ਵੀ ਉਹੀ ਸੀ ਕਿ ਇਹਨਾਂ ਦੀ ਵਾਈਫ ਇੰਡੀਆ ਵਿੱਚ ਟੀਚਰ ਦੀ ਜੌਬ ਕਰਦੇ ਨੇ ਤੇ ਕੈਨੇਡਾ ਵਿੱਚ ਆ ਕੇ ਕਿਹੜੀ ਜੌਬ ਕਰਨੀ ਪਏਗੀ ਕਿ ਉਹਨਾਂ ਦੀ PR ਦੇ ਆਪਸ਼ਨਸ ਓਪਨ ਹੋ ਸਕਣ। ਜੇ ਆ ਕੇ ਕਰਨਾ ਹੈਗਾ ਤੇ ਵਰਕ ਪਰਮਿਟ ਤਾਂ ਹੀ ਮਿਲਣਾ ਜੇ ਪਿਛਲਾ ਐਕਸਪੀਰੀਅੰਸ ਸੇਮ ਹੋਏਗਾ ਜੀ, ਤੇ LMI ਵੀ ਤਾਂ ਹੀ ਮਿਲਣਾ ਹੈਗਾ, ਉਹਦਾ ਫਾਇਦਾ ਲੈਣਾ ਪਏਗਾ। ਬਟ ਇਹ ਸਟ੍ਰੇਟ ਆ ਕੇ ਇੱਥੇ PR ਕਿਉਂ ਨਹੀਂ ਆਉਂਦੇ? ਜੇ 29 ਤੋਂ ਘੱਟ ਹੈਗੇ ਨੇ, IELTS ਅੱਛਾ ਬੈਂਡ ਹੈਗਾ, ਮਾਸਟਰਸ ਹੈਗੀ ਤੇ ਇਹਨਾਂ ਦੇ ਸਕੋਰ 475 ਪਲੱਸ ਹੋ ਸਕਦਾ, ਜਿਹਦੇ ਚਾਂਸਸ ਪਿਕ ਹੋਣ ਦੇ ਕਾਫੀ ਅੱਛੇ ਹੈਗੇ ਨੇ ਇਸ ਸਾਲ। ਜੀ ਬਿਲਕੁਲ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਮ, ਮੈਂ ਸਾਗਾ ਤੋਂ ਬੋਲ ਰਹੀ ਹਾਂ, ਗੁਰਪ੍ਰੀਤ ਕੌਰ ਜੀ ਮੈਮ, ਦੱਸੋ ਜੀ ਕੀ ਸਵਾਲ ਹੈ? ਜੀ ਮੇਰਾ ਕੁਐਸਚਨ ਹੈਗਾ, ਤੇ ਅਸੀਂ ਆਪਣੀ ਇੱਕ ਬੇਟੀ ਨੂੰ ਅਪਲਾਈ ਕੀਤਾ ਹੋਇਆ ਹੈਗਾ ਅਕਤੂਬਰ ਮੰਥ ਦਾ ਐਜ਼ ਏ ਕੇਅਰ ਗਿਵਰ ਜੀ, ਤੇ ਲੇਕਿਨ ਆਪਣੇ ਮਨੂ ਦੱਤਾ ਦੇ ਆਫਿਸ ਦੇ ਥਰੂ ਹੀ ਕੀਤਾ ਹੈਗਾ। ਵੈਸੇ ਤਾਂ ਸਾਨੂੰ ਹਾਲੇ ਤੱਕ ਕੁਛ ਨਹੀਂ ਪਤਾ ਲੱਗਿਆ ਕਿ ਵੀ ਕੀ ਹੋ ਰਿਹਾ, ਕਿੱਥੇ ਕੰਮ ਖੜਾ ਹੈਗਾ ਜੀ। ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਰਹੇ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਜੀ। ਸ਼ੁਕਰੀਆ ਜੀ। ਜਿਹੜਾ ਨੈਨੀ ਦਾ ਕੇਸ ਹੈਗਾ ਉਹਨੂੰ ਅੱਜ ਦੀ ਤਰੀਕ ਦੇ ਵਿੱਚ 12 ਤੋਂ 14 ਮਹੀਨੇ ਲੱਗ ਰਹੇ ਨੇ ਫਸਟ ਸਟੇਜ ਐਪਲੀਕੇਸ਼ਨ ਪ੍ਰੋਸੈਸ ਹੁੰਦਿਆਂ। ਸੋ ਇਹਦੇ ਵਿੱਚ ਡਿਲੇਡ ਚੱਲ ਰਿਹਾ ਜੀ, ਐਵਰੀਥਿੰਗ ਇਜ਼ ਡਿਲੇਡ ਐਟ ਦਿਸ ਮੋਮੈਂਟ। ਐਂਡ ਤੁਹਾਨੂੰ ਜ਼ਰੂਰ ਸਾਡੇ ਆਫਿਸ 'ਚ ਜੇ ਅਪਲਾਈ ਕੀਤਾ ਤਾਂ ਤੁਹਾਡੇ ਕੋਲ ਈਮੇਲ ਆਈ ਹੋਏਗੀ ਕਿ ਸਾਰੀ ਅਪਡੇਟਸ ਆਈਆਂ ਹੋਣਗੀਆਂ। ਐਂਡ ਬਟ ਜਿਹੜਾ ਤੁਹਾਡਾ ਕੇਸ ਪ੍ਰੋਸੈਸ ਹੈਗਾ ਉਹਨੂੰ ਫੋਨ ਕਰਕੇ, ਉਹਨੂੰ ਈਮੇਲ ਕਰਕੇ ਤੁਸੀਂ ਹੋਰ ਅਪਡੇਟਸ ਉਹ ਤੋਂ ਲੈ ਸਕਦੇ ਹੋ ਜੀ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਲੇਬਰ ਦੀ ਵਰਕ ਪਰਮਿਟ ਲੇਬਰ ਦਾ ਹੁੰਦਾ ਜੀ, ਉਹਦੇ ਤੇ ਬੰਦਾ ਆਪਣੇ ਮਤਲਬ ਲੜਕਾ ਆਪਦੇ ਘਰ ਵਾਲੀ ਨੂੰ ਇਕੱਲੀ ਨੂੰ ਬੁਲਾ ਸਕਦਾ ਇੰਡੀਆ ਤੋਂ? ਜੀ ਸਰ, ਆਪਾਂ ਆਨਸਰ ਦਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਤੇ ਮੇਰਾ ਸਵਾਲ ਹੈ, ਐਕਚੁਅਲੀ ਮੇਰੇ ਸਿਸਟਰ ਦਾ ਵੀਜ਼ਾ ਲਾਇਆ ਸੀ ਪਿਛਲੇ ਸਾਲ ਵਿਜ਼ਿਟਰ, ਰਾਈਟ ਜੀ। ਤੇ ਉਹਨਾਂ ਦਾ 1 ਸਾਲ ਦਾ ਉਹਨਾਂ ਨੂੰ ਮਿਲ ਗਿਆ ਸੀਗਾ, ਲਾਈਕ 1 ਜਨਵਰੀ ਤੋਂ 31 ਦਸੰਬਰ ਤੱਕ ਉਹਨਾਂ ਦੀ ਸੀਗੀ ਲਾਈਕ ਵੈਲਿਡਿਟੀ ਜੀ। ਸੋ ਕੋਵਿਡ ਕਰਕੇ ਉਹ ਟਰੈਵਲ ਨਹੀਂ ਕਰ ਪਾਏ। ਸੋ ਹੁਣ ਲਾਈਕ ਹੁਣ ਦੁਬਾਰਾ ਅਪਲਾਈ ਕਰਨਾ ਚਾਹੀਦਾ ਹੈ ਜਾਂ ਕੋਈ ਵੇ ਆਊਟ ਹੈਗਾ ਕਿ ਰੀਕਨਸੀਡਰੇਸ਼ਨ ਵਾਸਤੇ ਲਗਾ ਸਕਦੇ ਆ? ਜੀ ਆਪਾਂ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਸਰ। ਪਹਿਲਾਂ ਕਾਲ ਆਈ ਸੀ ਜਿਨ੍ਹਾਂ ਦਾ ਪੁੱਛਣਾ ਸੀ ਕਿ ਲੇਬਰ ਉਹਨਾਂ ਦਾ ਬੇਟਾ ਇੱਥੇ ਜੌਬ ਕਰ ਰਿਹਾ ਵਾ ਤੇ ਵਰਕ ਪਰਮਿਟ ਤੇ ਹੈ, ਆਪਣੀ ਵਾਈਫ ਨੂੰ ਬੁਲਾ ਸਕਦੇ ਆ। ਓਕੇ, ਜਿਹੜੀ ਵੀ ਕੈਨੇਡਾ ਦੇ ਵਿੱਚ ਜੌਬਸ ਹੈਗੀਆਂ ਨੇ ਜੀ, ਉਹ ਨੌਕ ਦੇ ਵਿੱਚ ਕੈਟੇਗਰਾਈਜ਼ਡ ਹੈਗੀਆਂ। ਨੌਕ ਉਹ ਹੈਗੀਆਂ ਵਾਈਸ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ, ਜਨਰਲ ਮੈਨੇਜਰ ਦੇ ਨੌਕਸ ਹੈਗੇ ਨੇ। ਨੌਕ ਇਹ ਆ ਗਿਆ ਜਿਹੜਾ ਮੈਨੇਜਰ ਦੇ ਨੌਕਸ ਹੈਗੇ। ਨੌਕ ਵੀ ਆ ਗਿਆ ਸੁਪਰਵਾਈਜ਼ਰ ਐਂਡ ਟੈਕਨੀਕਲ ਨੌਕਸ। ਤੇ ਜਿਹੜਾ C&D ਹੈਗੇ ਉਹ ਲੇਬਰ ਐਂਡ ਹੈਲਪਰ ਨੌਕਸ ਹੈਗੇ ਨੇ ਜੀ। ਜਦੋਂ ਤੁਸੀਂ C&D ਕੈਟੇਗਰੀ ਦੇ ਵਿੱਚ LMIA ਦੇ ਉੱਤੇ ਕੈਨੇਡਾ ਆਉਂਦੇ ਹੋ ਤੇ ਤੁਸੀਂ ਡਿਪੈਂਡੈਂਟ ਵੀਜ਼ਾ ਦੇ ਉੱਤੇ ਆਪਣੇ ਸਪਾਊਸ ਨੂੰ, ਬੱਚਿਆਂ ਨੂੰ ਨਹੀਂ ਬੁਲਾ ਸਕਦੇ। ਉਹਨਾਂ ਨੂੰ ਡਿਪੈਂਡੈਂਟ ਵੀਜ਼ਾ ਨਹੀਂ ਗ੍ਰਾਂਟ ਕੀਤਾ ਜਾਂਦਾ। ਹਾਂ, ਵਿਜ਼ਟਰ ਤੇ ਆ ਸਕਦੇ ਨੇ, ਵਿਜ਼ਟਰ ਤੇ ਰਹਿ ਸਕਦੇ ਨੇ, ਬਟ ਟੈਕਨੀਕਲੀ ਉਹ ਕੁਆਲੀਫਾਈ ਨਹੀਂ ਕਰਦੇ ਡਿਪੈਂਡੈਂਟ ਵੀਜ਼ਾਸ ਵਾਸਤੇ। ਜੀ ਬਿਲਕੁਲ। ਨੈਕਸਟ ਸੀ ਜਿਨ੍ਹਾਂ ਨੇ ਬ੍ਰੈਂਪਟਨ ਤੋਂ ਕਾਲ ਕੀਤੀ ਸੀ, ਆਪਣੀ ਸਿਸਟਰ ਦੇ ਵਿਜ਼ਟਰ ਵੀਜ਼ਾ ਬਾਰੇ ਜਾਣਨਾ ਚਾਹੁੰਦੇ ਸੀ।
ਇਹ ਕਹਿ ਰਹੇ ਸੀਗੇ ਕਿ 1 ਜਨਵਰੀ ਤੋਂ 31 ਦਸੰਬਰ ਤੱਕ ਦਾ ਵੀਜ਼ਾ ਮਿਲਿਆ ਸੀ ਜੀ। ਓਕੇ, ਜੇ ਵੀਜ਼ਾ ਐਕਸਪਾਇਰ ਹੋ ਗਿਆ ਜੀ ਤੇ ਸ਼ੀ ਵਿਲ ਹੈਵ ਟੂ ਰੀਅਪਲਾਈ ਫॉर ਵੀਜ਼ਾ ਐਂਡ ਦੁਬਾਰਾ ਹੀ ਐਪਲੀਕੇਸ਼ਨ ਹੋਪਫੁਲੀ ਸ਼ੀ ਗੈਟਸ ਅਗੇਨ ਅ ਮਲਟੀਪਲ ਦਿਸ ਟਾਈਮ ਫॉर 5 ਇਅਰਸ ਔਰ 10 ਇਅਰ। ਸਰ ਆਪਾਂ ਗੱਲਬਾਤ ਕਰੀਏ, ਇਸ ਵਕਤ ਇੱਕ ਮੈਂ ਸਰਵੇ ਵੇਖ ਰਹੀ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਬਹੁਤ ਸਾਰੇ ਇਸ ਵਕਤ ਇਮੀਗ੍ਰੈਂਟਸ ਜਿਹੜੇ ਨੇ ਆਪਣੀਆਂ ਜੌਬਸ ਲੌਸ ਦੇ ਕਰਕੇ ਵਾਪਸ ਆਪਣੀਆਂ ਹੋਮ ਕੰਟਰੀਜ਼ ਦਾ ਰੁਖ ਕਰ ਰਹੇ ਨੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇੱਥੇ ਇਸ ਵਕਤ ਕਿਸ ਤਰੀਕੇ ਦਾ ਸਕੋਪ ਹੈ? ਤਰਨ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ। ਬੇਸਿਕਲੀ ਹੋਇਆ ਕੀ ਹੈਗਾ ਕਿ ਜਿਹੜੇ ਨਿਊ ਇਮੀਗ੍ਰੈਂਟਸ ਲੈਂਡ ਕੀਤੇ ਸੀਗੇ, ਅੰਤ ਕਹਿੰਦੇ ਸਿਰ ਮੁੰਡਾਂ ਤੇ ਹੀ ਓਲੇ ਪੜੇ, ਤਾਂ ਉਹ ਲੈਂਡ ਕੀਤੇ ਤੇ ਨਾਲ ਹੀ ਕੋਵਿਡ ਦੇ ਕਾਰਨ ਲਾਕਡਾਊਨ ਸਾਰੀ ਕੰਡੀਸ਼ਨਸ ਇਹੋ ਜਿਹੀਆਂ ਆ ਗਈਆਂ ਕਿ ਦੇ ਵਰ ਅਨੇਬਲ, ਨਾ ਉਹਨਾਂ ਦੀ ਫੈਮਿਲੀ ਸਪੋਰਟ ਸੀਗੀ ਨਾ ਫਰੈਂਡਸ ਦੀ ਸਪੋਰਟ ਸੀਗੀ, ਜੌਬ ਮਿਲੀ ਨਹੀਂ ਜਾਂ ਲਾਸ ਹੋ ਗਿਆ, ਤੇ ਉਹ ਇਟ ਵਾਸ ਹਾਰਡ ਫॉर them ਟੂ ਸਰਵਾਈਵ ਇਨ ਕੈਨੇਡਾ। ਇੱਥੇ ਖਰਚੇ ਤਾਂ ਡਾਲਰ ਦੇ ਵਿੱਚ ਹੀ ਹੋਣੇ ਆ। ਜਿਹੜੇ ਗਵਰਨਮੈਂਟ ਦੇ ਬੈਨੀਫਿਟਸ ਵੀ ਸੀਗੇ ਉਹ ਉਹਨਾਂ ਵਾਸਤੇ ਸੀਗੇ ਜਿਹੜੇ 1 ਸਾਲ ਪਹਿਲਾਂ ਜਾਂ ਜਿਨ੍ਹਾਂ ਨੇ ਘੱਟੋ ਘੱਟ $5,000 2019 ਦੇ ਵਿੱਚ ਅਰਨ ਕੀਤੇ ਹੋਏ ਸੀਗੇ। ਸੋ ਜਿਹੜੇ 2020 ਦੇ ਵਿੱਚ ਲੈਂਡ ਕੀਤੇ, ਅਨਫੋਰਚੂਨੇਟਲੀ ਔਰ ਫੋਰਚੂਨੇਟਲੀ ਦਾ ਟਾਈਮ ਵਾਸ ਸੱਚ ਕਿ ਉਸ ਇਹੋ ਜਿਹੇ ਸਰਕਮਸਟੈਂਸਸ ਜਾ ਕੇ ਫਸ ਗਏ ਜਿਹਦੇ 'ਚ ਉਹ ਟੋਟਲੀ ਆਪਣੇ ਆਪ ਨੂੰ ਨਿਕਾਲ ਨਹੀਂ ਪਾਏ, ਹਾਂਜੀ ਕੱਢ ਨਹੀਂ ਪਾਏ। ਸੋ ਉਹਨਾਂ ਵਾਸਤੇ ਯੈਸ ਦੇਰ ਆਰ ਪੀਪਲ ਹੂ ਹੈਵ ਟਰੈਵਲਡ ਬੈਕ, ਬਟ ਅਗੇਨ ਮੈਂ ਕਹੂੰਗਾ ਜੀ ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀਜ਼। ਇੰਡੀਆ ਜਾਂ ਬੈਕ ਹੋਮ ਜਾਣ ਵਾਸਤੇ ਤੁਹਾਨੂੰ ਤਾਂ ਬੈਨੀਫਿਟ ਮਿਲਦਾ ਹੈਗਾ ਬਿਕੋਜ਼ ਤੁਹਾਨੂੰ ਲੱਗਦਾ ਕਿ ਸਾਡੇ ਕੋਲ ਸਪੋਰਟ ਸਿਸਟਮ ਬੜਾ ਸਟਰੋਂਗ ਹੈਗਾ, ਸਾਡੀ ਐਕਸਟੈਂਡਡ ਫੈਮਿਲੀਜ਼ ਹੈਗੀਆਂ, ਭੈਣ ਭਾਈ ਹੈਗੇ ਨੇ, ਤੁਸੀਂ ਕਿਸੇ ਵੀ ਚੀਜ਼ ਤੋਂ ਕੁਛ ਵੀ ਕਰਾ ਲੈਂਦੇ ਹੋ। ਬਟ ਜਦੋਂ ਇਹਦੇ ਬਾਰੇ ਗੱਲ ਕਰਦੇ ਹਾਂ ਜੀ, ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂ ਮੈਡਮ ਸਤਿ ਸ਼੍ਰੀ ਅਕਾਲ ਜੀ, ਅਸੀਂ ਮੈਨੀਟੋਬਾ ਤੋਂ ਬੋਲ ਰਹੇ ਜੀ, ਆਪਣੇ ਦਿੱਲੀ ਤੋਂ। ਦੱਸੋ ਜੀ ਕੀ ਸਵਾਲ ਹੈ? ਆਪਣੇ ਕਹਿੰਦਾ ਮੇਰੀ ਨੋਹ ਵਾਲਾ ਹੈ ਆਪਣੇ ਨੈਣੀ ਬੇਸ ਤੇ ਜੀ, ਤੇ ਨੈਣੀ ਬੇਸ ਤੇ ਲਾਇਆ ਚਾਈਲਡ ਵਾਲਾ ਦਾ ਚਾਈਲਡ ਦੇ ਜੀ ਬਿਲਕੁਲ ਸਮਝ ਗਿਆ ਜੀ। ਤੁਹਾਡਾ ਸਵਾਲ ਅੱਗੇ ਕੀ ਹੈ, ਦੱਸੋ ਜੀ। ਅੱਗੇ ਜੀ ਉਹ ਵੀ ਆਪਣੇ 2000 ਮਾਰਚ 2020 ਦੇ ਹੋਏ ਆ ਬਾਇਓਮੈਟ੍ਰਿਕ, ਉਸ ਤੋਂ ਬਾਅਦ ਕੋਈ ਪ੍ਰੋਗਰੈਸ ਨਹੀਂ ਜੀ। ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦੇ ਰਹੇ ਹਾਂ ਜੀ, ਤੁਸੀਂ ਉੱਥੇ ਸੁਣ ਸਕਦੇ ਹੋ। ਸ਼ੁਕਰੀਆ ਕਾਲ ਕਰਨ ਲਈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਤਰਨ ਜੀ ਸ਼ੁਕ ਬੋਲਦਾ ਬਰੈਂਪਟਨ ਤੋਂ। ਤਰਨ ਜੀ ਮੇਰਾ ਸਵਾਲ ਇਹ ਹੈ ਕਿ ਸਿਸਟਰ ਦਾ ਬੇਟਾ ਇੱਥੇ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਆਇਆ ਸੀਗਾ, ਉਹਦੇ ਕੋਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਆ, ਤੇ ਉਹ ਆਪਣੇ ਮੰਮੀ ਪਾਪਾ ਨੂੰ ਐਜ਼ ਏ ਵਿਜ਼ਟਰ ਦੇ ਤੌਰ ਤੇ ਸੱਦ ਸਕਦਾ। ਇਹ ਉਹਦਾ ਆਉਣਾ ਨਾ ਆਉਣਾ ਤਾਂ ਉਹਨਾਂ ਦੀ ਵੱਖਰੀ ਗੱਲ ਹੈਗੀ ਆ, ਪਰ ਉਹ ਵੀਜ਼ੇ ਓਪਨ ਹੈਗੇ, ਉਹ ਵੀਜ਼ੇ ਲੱਗ ਜੂਗੇ, ਏਦਾਂ ਤਾਂ ਨਹੀਂ ਕੋਈ ਦਿੱਕਤ? ਨਹੀਂ ਹੈ ਤਾਂ ਠੀਕ ਹੈ ਵੀ ਨਾ ਆਉਣ, ਭਾਵੇਂ ਸਾਲ ਬਾਅਦ ਆ ਜਾਣ, ਉਹਦਾ ਵੀਜ਼ੇ ਓਪਨ ਆ, ਲੱਗ ਸਕਦੇ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਹਾਂਜੀ, ਅਸੀਂ ਓਨਟਾਰੀਓ ਤੋਂ ਬੋਲ ਰਹੇ ਹਾਂ ਜੀ। ਮੇਰੀ ਉਮਰ 45 ਇਅਰਸ ਦੀ ਹੈ ਤੇ ਮੈਂ ਇੱਥੇ ਆਪਣਾ ਕਲੋਜ਼ ਵਰਕ ਪਰਮਿਟ ਲਿੱਤਾ ਹੋਇਆ ਤੇ ਮੇਰਾ ਵਰਕ ਪਰਮਿਟ ਆ ਗਿਆ ਹੋਇਆ, ਤੇ ਮੇਰੇ ਵਾਸਤੇ ਅੱਗੇ ਪੀਆਰ ਲੈਣੀ ਹੈ ਤੇ ਉਹਦਾ ਕੀ ਪ੍ਰੋਸੈਸ ਹੋਏਗਾ? ਮੈਂ ਕਿਹੜੇ ਕੈਟਾਗਰੀ 'ਚ ਫਾਈਲ ਲਗਾ ਸਕਦੀ ਹਾਂ? ਤੇ ਮੇਰੇ ਬੱਚੇ 2 ਇੰਡੀਆ ਦੇ ਵਿੱਚ ਨੇ, ਉਹ ਡਿਪੈਂਡੈਂਟ ਦੇ ਵਿੱਚ ਆ ਸਕਦੇ ਨੇ। ਉਹਨਾਂ ਦੀ ਉਮਰ ਹੈਗੀ ਹੈ 21 ਸਾਲ ਦੇ ਕੰਪਲੀਟ ਹੋ ਗਏ ਨੇ ਉਹ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ ਸਾਡੇ ਨਾਲ, ਉਹਨਾਂ ਦਾ ਵੀ ਸਵਾਲ ਲੈ ਲਈ, ਫਿਰ ਅਸੀਂ ਆਨਸਰ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਅਸੀਂ ਇਟਲੀ ਤੋਂ ਬੋਲ ਰਹੇ ਹਾਂ ਜੀ। ਹਾਂਜੀ ਮੈਮ, ਅਸੀਂ ਸਾਡਾ ਸਵਾਲ ਮੇਰਾ ਇਹ ਹੈ ਕਿ ਜਿੱਦਾਂ ਅਸੀਂ ਮੈਮ ਇਟਲੀ ਤੋਂ ਕੈਨੇਡਾ ਮੂਵ ਹੋਣਾ ਚਾਹੁੰਦੇ ਹਾਂ, ਤੇ ਮੈਮ ਮੈਂ ਗ੍ਰੈਜੂਏਸ਼ਨ ਕੀਤੀ ਹੋਈ, ਮੇਰੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈ, ਤੇ ਮੈਮ ਮੇਰੇ ਲਈ ਕੀ ਪ੍ਰੋਸੈਸ ਰਹੇਗਾ? ਮਤਲਬ ਅਸੀਂ ਪੀਆਰ ਉੱਥੇ ਹੋਣਾ ਚਾਹੁੰਦੇ, ਉੱਥੇ ਵਰਕ ਕਰਨਾ, ਪਰਮਿਟ ਲੈਣਾ ਚਾਹੁੰਦੇ, ਤਾਂ ਕੀ ਸਾਡੇ ਲਈ ਈਜ਼ੀ ਹੋਏਗਾ? ਇਟਾਲੀਅਨ ਸਿਟੀਜ਼ਨ ਹੋ ਤੁਸੀਂ? ਹਾਂਜੀ ਸਰ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਮੈਮ ਅਸੀਂ BC ਤੋਂ ਬੋਲਦੇ ਹਾਂ। ਮੈਂ ਜਿੱਦਾਂ ਇੱਥੇ ਸੁਪਰ ਵੀਜ਼ੇ ਤੇ ਹਾਂ, ਤੇ ਸਾਡਾ ਸੁਪਰ ਵੀਜ਼ਾ ਜਿਹੜਾ ਹੈ ਉਹ 2 ਸਾਲ ਹੋ ਜਾਣੇ ਆ, ਤਾਂ ਅਸੀਂ ਅੱਗੋਂ ਇੱਥੋਂ ਹੀ ਦੁਬਾਰਾ ਸੁਪਰ ਵੀਜ਼ੇ ਲਈ ਅਪਲਾਈ ਕਰ ਸਕਦੇ ਹਾਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਸਰ ਪਹਿਲਾਂ ਮੈਨੀਟੋਬਾ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਕਿ ਨੈਣੀ ਬੇਸ ਤੇ ਉਹਨਾਂ ਨੇ ਆਪਣੀ ਨੂੰਹ ਦਾ ਲਗਾਇਆ ਸੀ, 2020 ਚ ਬਾਇਓਮੈਟ੍ਰਿਕਸ ਹੋ ਗਏ ਸੀ, ਪਰ ਉਸ ਤੋਂ ਬਾਅਦ ਕੋਈ ਅਪਡੇਸ਼ਨ ਨਹੀਂ ਆਈ। ਤਰਨ ਵੇਟ ਕਰੋ ਭਾਜੀ, ਤੇ ਦੈਟਸ ਵਾਟ ਆਈ ਕੈਨ ਟੈਲ ਯੂ ਬਿਕੋਜ਼ 2020 ਮਾਰਚ ਤੋਂ ਬਾਅਦ ਤਾਂ ਲਾਕਡਾਊਨ ਹੋ ਗਿਆ ਐਂਡ 6-8 ਮਹੀਨੇ ਤੱਕ ਕੋਈ ਕੰਮ ਵੀ ਨਹੀਂ ਹੋਇਆ ਐਂਡ ਪ੍ਰੋਸੈਸਿੰਗ ਦੇ ਵਿੱਚ ਟਾਈਮ ਲੱਗ ਰਿਹਾ, ਬਟ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਹੈ ਜੀ। ਨੈਕਸਟ ਬ੍ਰੈਂਪਟਨ ਤੋਂ ਕਾਲ ਆਈ ਸੀ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੇਟਾ ਸਿਸਟਰ ਦਾ 2 ਸਾਲ ਦਾ ਇੱਥੇ ਉਹਨਾਂ ਦੇ ਕੋਲ ਕਹਿੰਦੇ ਕਿ ਸਟੱਡੀ ਕੀਤੀ ਹੈ ਐਂਡ ਵਰਕ ਪਰਮਿਟ ਹੈਗਾ, ਪੇਰੈਂਟਸ ਨੂੰ ਬੁਲਾ ਸਕਦਾ ਕਿ ਨਹੀਂ? ਓਕੇ ਜੀ, ਵਿਜ਼ਿਟ ਵੀਜ਼ਾ ਦੀ ਗੱਲ ਕਰੀਏ, ਵਿਜ਼ਿਟ ਵੀਜ਼ਾ ਦੀ ਫਾਈਲ ਲੱਗ ਰਹੀਆਂ ਹੈਗੀਆਂ, ਬਟ ਪ੍ਰੋਸੈਸਿੰਗ ਟਾਈਮ
ਕਾਫੀ ਵਧਿਆ ਹੋਇਆ ਹੈਗਾ ਐਂਡ ਪ੍ਰੋਸੈਸ ਜ਼ਰੂਰ ਹੋ ਰਹੀਆਂ ਜੀ ਐਂਡ ਔਨ ਕੇਸ ਬਾਈ ਕੇਸ ਹੋ ਰਹੀਆਂ ਹੈਗੀਆਂ ਥੋੜੀ ਦੇਰ ਹੋਰ ਅਟਕ ਜਾਓ ਲਾਕਡਾਊਨ ਖੁੱਲਣ ਦਿਓ ਚੰਗੀ ਤਰ੍ਹਾਂ ਓਪਨ ਹੋਣ ਦਿਓ ਤੇ ਤਾਂ ਪੁੱਟ ਅਪ ਕਰਿਓ ਜੀ ਦੈਟ ਵਿਲ ਬੀ ਬੈਟਰ ਟਾਈਮ ਜੀ ਬਿਲਕੁਲ ਨੈਕਸਟ ਸੀ ontario ਤੋਂ ਉਹਨਾਂ ਨੇ ਕਿਹਾ ਕਿ 45 ਇਅਰਸ ਦੀ ਉਹਨਾਂ ਦੀ ਉਮਰ ਹੈ ਕਲੋਜ਼ ਵਰਕ ਪਰਮਿਟ ਹੈ ਪੀਆਰ ਲਈ ਅੱਗੇ ਕੀ ਸਕੋਪ ਹੈ ਬਿਲਕੁਲ ਜੀ ਜੇ ਇਹਨਾਂ ਦੇ ਕੋਲ ਐਕਸਪੀਰੀਅੰਸ ਹੈਗਾ ਪੀਐਨਪੀ ਵਾਸਤੇ ਤੇ ਐਕਸਪ੍ਰੈਸ ਐਂਟਰੀ ਸੀਸੀ ਕਲਾਸ ਦੇ ਵਿੱਚ ਜੇ 1 ਸਾਲ ਜਿਸ ਦਿਨ ਹੋ ਜਾਏਗਾ ਤੇ ਉਹ ਕੁਆਲੀਫਾਈ ਕਰ ਜਾਣਗੇ ਅਦਰਵਾਈਜ਼ ਜੇ ਅੱਜ ਦੀ ਤਰੀਕ ਦੇ ਵਿੱਚ ਫਾਈਲ ਲਗਾਣੀ ਹੈ ਤੇ ਪੀਐਨਪੀ ਵਾਸਤੇ ਆਪਸ਼ਨਸ ਆਉਣ ਵਾਲੀਆਂ ਹੈਗੀਆਂ ਸੋ ਪੀਐਨਪੀ ਵਾਸਤੇ ਗੈਟ ਰੈਡੀ ਫॉर दैट ਜੇ ਤੁਹਾਡਾ EMPLOYER ਸਪੋਰਟ ਕਰਨ ਵਾਸਤੇ ਤਿਆਰ ਆ ਦੈਟ ਇਜ਼ ਅਨਦਰ ਆਪਸ਼ਨ ਦੈਟ ਕੈਨ ਵਰਕ ਫॉर ਯੂ ਐਂਡ ਇਹਨਾਂ ਨੇ ਇਹ ਵੀ ਪੁੱਛਿਆ ਸੀਗਾ ਕਿ ਬੇਟਾ ਇਹਨਾਂ ਦਾ 21 ਸਾਲ ਦਾ ਹੋ ਚੁੱਕਾ ਹੈਗਾ ਜੇ ਬੱਚਾ 21 ਸਾਲ ਦਾ ਹੋ ਚੁੱਕਾ ਹੈਗਾ ਜੇ ਤੁਹਾਡੀ ਫਾਈਲ ਪਰਮਨੈਂਟ ਰੈਜ਼ੀਡੈਂਸੀ ਦੀ ਬਿਫੋਰ ਹੀ ਟੱਚਸ 22 ਲੱਗ ਜਾਂਦੀ ਹੈਗੀ ਤੇ ਹੀ ਵਿਲ ਸਟਿਲ ਬੀ ਪਾਰਟ ਆਫ ਯੂਰ ਐਪਲੀਕੇਸ਼ਨ ਜੀ ਇਸ ਤੋਂ ਬਾਅਦ ਇਟਲੀ ਵਾਲਿਆਂ ਦੀ ਕਾਲ ਆਈ ਸੀ ਕੈਨੇਡਾ ਆਪਣਾ ਸੋਚ ਰਹੇ ਨੇ ਸਕੋਪ ਦੇ ਬਾਰੇ ਬਿਲਕੁਲ ਜੀ ਬੇਸਿਕਲੀ ਮੈਨੂੰ 1-on-1 ਕੇਸ ਆਪਣਾ ਡਿਸਕਸ ਕਰ ਸਕਦੇ ਨੇ ਬਟ 21 ਸਾਲ ਦੇ ਜੇ ਹੈਗੇ ਨੇ ਇਟਾਲੀਅਨ ਸਿਟੀਜ਼ਨ ਹੈਗੇ ਨੇ ਵਰਕ ਇਹਨਾਂ ਦੇ ਕੋਲ ਦੋ ਆਪਸ਼ਨਸ ਹੈਗੀਆਂ ਜਾਂ ਤੇ ਇੱਥੇ ਆ ਕੇ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਦੇ ਵਿੱਚ ਕੈਨੇਡਾ ਆ ਕੇ ਇੱਥੇ ਵਰਕ ਪਰਮਿਟ ਦੇ ਵਿੱਚ ਕੰਮ ਲੱਭ ਸਕਦੇ ਨੇ ਐਂਡ ਇੰਟਰਨੈਸ਼ਨਲ ਗ੍ਰੈਜੂਏਟ ਦੇ ਤੌਰ ਤੇ ਦੂਜੀ ਆਪਸ਼ਨ ਹੈਗੀ ਕਿਤੇ ਸਟੱਡੀ ਪਰਮਿਟ ਤੇ ਆ ਕੇ ਆਪਸ਼ਨਸ ਆਪਣੇ ਵਾਸਤੇ ਲੱਭ ਸਕਦੇ ਨੇ ਜੇ ਮੈਰਿਡ ਹੈਗੇ ਨੇ ਤੇ ਆਪਣੇ ਹਸਬੈਂਡ ਦੀ ਡਿਟੇਲਸ ਮੇਰੇ ਨਾਲ ਸ਼ੇਅਰ ਕਰ ਲੈਣ info@iccimmigration.ca ਤੇ ਐਂਡ ਵੀ ਵਿਲ ਗਾਈਡ them ਕਿ ਕਿਹੜੀਆਂ ਆਪਸ਼ਨ ਉਹਨਾਂ ਵਾਸਤੇ ਬੈਸਟ ਵਰਕ ਕਰ ਸਕਦੀਆਂ ਨੈਕਸਟ ਸੀ ਸੁਪਰ ਵੀਜ਼ਾ ਤੇ ਨੇ ਇੱਥੇ ਤੇ ਉਹ ਪੁੱਛਣਾ ਚਾਹੁੰਦੇ ਸੀ ਕਿ ਐਕਸਪਾਇਰ ਹੋ ਰਿਹਾ ਸੁਪਰ ਵੀਜ਼ਾ ਦੁਬਾਰਾ ਇੱਥੋਂ ਹੀ ਅਪਲਾਈ ਕਰ ਸਕਦੇ ਨੇ ਬਿਲਕੁਲ ਜੀ ਜੇ ਉਹਨਾਂ ਦਾ 2 ਸਾਲ ਦਾ ਸਟੇ ਬਿਕੋਜ਼ ਨਾਰਮਲੀ ਸੁਪਰ ਵੀਜ਼ਾ ਜਦੋਂ ਲੱਗਦਾ ਹੈਗਾ ਤੇ 10 ਸਾਲ ਦਾ ਵੀਜ਼ਾ ਲੱਗ ਜਾਂਦਾ ਹੈਗਾ ਜੇ ਉਹਨਾਂ ਦਾ ਵੀਜ਼ਾ ਵੈਲਿਡ ਹੈਗਾ ਆ ਉਹਨਾਂ ਦਾ 2 ਸਾਲ ਦਾ ਸਟੇ ਖਤਮ ਹੋ ਰਿਹਾ ਤੇ ਉਹ ਐਕਸਟੈਂਸ਼ਨ ਵਿਦ ਇਨ ਕੈਨੇਡਾ ਲਗਾ ਸਕਦੇ ਨੇ ਉਹਦੇ ਵਾਸਤੇ ਤੁਸੀਂ ਸਾਨੂੰ ਜਾਂ ਆਪਣੇ ਕੰਸਲਟੈਂਟ ਨੂੰ ਕੰਟੈਕਟ ਕਰ ਸਕਦੇ ਜੀ ਬਿਲਕੁਲ ਤੇ ਸਰ ਅਸੀਂ ਗੱਲ ਕਰ ਰਹੇ ਸੀ ਜੌਬ ਲਾਸ ਦੇ ਬਾਰੇ ਜਿਹਦੇ ਕਰਕੇ ਵਾਪਸ ਜਾ ਰਹੇ ਨੇ ਜਿਹੜੇ ਨਿਊ ਇਮੀਗ੍ਰੈਂਟਸ ਨੇ ਜੀ ਤਰਨ ਬੈਕ ਹੋਮ ਦੀ ਗੱਲ ਕਰੀਏ ਤੇ ਐਕਸਟੈਂਡਡ ਤੁਹਾਡਾ ਸਪੋਰਟ ਸਿਸਟਮ ਬੜਾ ਸਟਰੋਂਗ ਹੁੰਦਾ ਹੈਗਾ ਬਿਕੋਜ਼ ਤੁਹਾਡੇ ਭੈਣ ਭਾਈ ਹੁੰਦੇ ਨੇ ਫਾਈਨੈਂਸ਼ੀਅਲੀ ਮੋਰਲੀ ਹਰ ਚੀਜ਼ ਸਪੋਰਟ ਕਰਨ ਵਾਸਤੇ ਤੁਹਾਡੇ ਮੰਮੀ ਪੇਰੈਂਟਸ ਹੁੰਦੇ ਨੇ ਤੁਹਾਡੇ ਅੰਕਲ ਆਂਟਸ ਹੁੰਦੇ ਨੇ ਐਂਡ ਤੁਹਾਡੀ ਐਕਸਟੈਂਡਡ ਫੈਮਿਲੀ ਕਜ਼ਨਸ ਵਗੈਰਾ ਹੁੰਦੇ ਨੇ ਸੋ ਤੁਹਾਡੀ ਕਈ ਚੀਜ਼ਾਂ ਘਰ ਬੈਠੇ ਹੋ ਜਾਂਦੀਆਂ ਸੋ ਜਦੋਂ ਇੱਥੇ ਆਉਂਦੇ ਹੋ ਨਵੇਂ ਇਮੀਗ੍ਰੈਂਟ ਹੈਗੇ ਹੋ ਤੁਹਾਡਾ ਇੱਥੇ ਕੋਈ ਫੈਮਿਲੀ ਨਹੀਂ ਹੈਗੀ ਤੁਹਾਡਾ ਕੋਈ ਇਹੋ ਜਿਹਾ ਕਲੋਜ਼ ਫਰੈਂਡਸ ਨਹੀਂ ਹੈਗਾ ਤੇ ਤੁਸੀਂ ਉਹ ਲਾਸ ਮਹਿਸੂਸ ਕਰਦੇ ਹੈਗੇ ਹੋ ਕਿ बैक होम तुसी कंपेयर करना शुरू कर देंगे हो कैनेडा इज़ वन ऑफ द बेस्ट कंट्रीज टू लिव इन जी फर्स्ट सब तो पहला तो मैं कहना चाहूँगा द अपॉर्चुनिटीज़ आर जस्ट इमेंस ऐसे करके ही दुनिया तो दिस इज कैनेडा हैज़ बिकम वन ऑफ द बेस्ट नंबर फर्स्ट 5 डेस्टिनेशंस दे विच इट इज़ अ डेस्टिनेशन ऑफ चॉइस असी फ्रैश वाटर की गल कर ली असी एयर की गल करिए इत्थे रहिंदे होए जिंदगियां इंप्रूव हो जांदियां जी 10-10 15-15 साल तुहाडा लाइफ स्पैन वध जांदा हैगा बिकॉज तुसी इन्नी क्लीन हवा लैंदे हैगे हो सो यस एंड बिजनेस की भी गल करिए इत्थे अपॉर्चुनिटीज़ आर जस्ट अमेंस एंड अमेजिंग एंड ओनली थिंग इज़ कि तुहानूं आके पहले 4-5 साल स्ट्रगल करनी पैंदी हैगी एंड दैन यू गैट तुहाडा फुट होल्ड बन जाता है एंड दैन यू स्टार्ट एस्टैबलिशिंग योर सैल्फ अपने बिजनेस नूं एक्सपेंशन शुरू कर देंदे हैगे हो तो अपॉर्चुनिटीज़ बेइंतहाशा हैगियां ओनली थिंग इज़ यू हैव टू बी पेशेंट बट यस इहो जी जदों पैंडेमिक होंदा हैगा कि कोई किसी ने एस्टीमेट ही नहीं कीता सीगा कि इहदा इंपैक्ट कितना क लंबा जाएगा and so that has impacted a lot of people but otherwise when we practically talk about Canada it is a destination of choice and with which offers wonderful opportunities sir opportunities ਦੀ ਗੱਲ ਕੀਤੀ ਹੈ ਇਸ ਵਕਤ 2021 ਹੈ ਤੇ 4 ਲੱਖ ਦੇ ਕਰੀਬ ਦਾ ਇਹਨਾਂ ਨੇ ਇਸ ਵਕਤ ਦਾ ਟੀਚਾ ਰੱਖਿਆ ਤੁਹਾਨੂੰ ਲੱਗ ਰਿਹਾ ਕਿ ਹੁਣ ਆਉਣ ਵਾਲੇ ਸਮੇਂ 'ਚ ਜਿਵੇਂ ਪੈਂਡੈਮਿਕ ਥੋੜਾ ਖਤਮ ਹੋ ਰਿਹਾ ਇਨਵੀਟੇਸ਼ਨਸ ਹੋਰ ਆਉਣਗੇ 100% ਆਣਗੇ ਤਰਨ ਜੀ ਬਿਕੋਜ਼ ਲਾਸਟ ਈਅਰ ਤੁਹਾਨੂੰ ਯਾਦ ਹੋਵੇਗਾ ਕਿ 3.5 ਲੱਖ 349,000 ਦਾ ਟੀਚਾ ਸੀਗਾ 2020 ਦੇ ਵਿੱਚ ਸਿਰਫ 1,84,000 ਇਮੀਗ੍ਰੈਂਟਸ ਆ ਸਕੇ इस साल का टीचा गवर्नमेंट के उत्ते भी प्रेशर हैगा बिकॉज दैट इज़ द रीजन दे वांट के मैक्सिमम नंबर च अपने टीचे के कोल पहुँचन तो 4 लाख का जिहड़ा टारगेट लिता गया गवर्नमेंट वालों आई एम वेरी वेरी होपफुल दैट citizenship and immigration and IRCC are working towards and governments are working towards those targets and इस साल टारगेट जरूर मीट होंगे जी 2020 ਚ ਬਹੁਤਿਆਂ ਨੇ ਆਪਣੀਆਂ ਅਪਰਚੂਨਿਟੀਜ਼ ਖੋਈਆਂ ਨੇ ਚਾਹੇ ਉਹ ਸਟੂਡੈਂਟਸ ਹੋਣ ਇੱਥੇ ਪੋਸਟ ਗ੍ਰੈਡ ਵਰਕ ਪਰਮਿਟ ਵਾਲੇ ਹੋਣ ਪਰ 2021 ਦੇ ਵਿੱਚ ਅਪਰਚੂਨਿਟੀਜ਼ ਬਹੁਤ ਜ਼ਿਆਦਾ ਆ ਰਹੀਆਂ ਨੇ ਜਿਨ੍ਹਾਂ ਨੇ ਅਜੇ ਤੱਕ ਕੋਈ ਫਾਈਲ ਨਹੀਂ ਕ੍ਰੀਏਟ ਕੀਤੀ ਕੁਝ ਕੀਤਾ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤਰਨ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਐਪਲੀਕੈਂਟਸ ਹੈਗੇ ਨੇ ਜਿਨ੍ਹਾਂ ਨੂੰ 1 ਸਾਲ ਕੈਨੇਡਾ ਦੇ ਵਿੱਚ ਹੋ ਗਿਆ ਨੌਕ ਬੀ ਦੇ ਵਿੱਚ ਘੱਟੋ ਘੱਟ ਕੰਮ ਕਰਦਿਆਂ ਹੋਇਆ ਸਭ ਤੋਂ ਪਹਿਲਾਂ ਤਾਂ ਕ੍ਰੀਏਟ ਯੂਰ ਪ੍ਰੋਫਾਈਲ ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਯੂ ਕੈਨ ਥਿੰਕ ਆਫ ਇੰਟਰਾ ਕੰਪਨੀ ਟਰਾਂਸਫਰ ਦੇ ਵਿੱਚ IT ਦੇ ਵਿੱਚ ਆਏ ਹੋਏ ਹੈਗੇ ਹੋ ਕਿਸੇ ਦਾ ਬਿਜ਼ਨਸ ਦੇ ਵਿੱਚ ਆਏ ਹੋਏ ਹੋ LMIA ਲੈ ਕੇ ਆਏ ਹੋਏ ਹੋ and knock OAB ਦੀ ਤੁਹਾਡੇ ਕੋਲ ਜੌਬ ਹੈਗੀ ਹੈ ਕ੍ਰੀਏਟ ਯੂਰ ਪ੍ਰੋਫਾਈਲ ਫਸਟ ਆਫ ਆਲ ਡੂ ਨਾਟ ਈਵਨ ਥਿੰਕ ਐਂਡ ਆਪਣੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲੈ ਕੇ ਕ੍ਰੀਏਟ ਕਰੋ ਆਪਣੇ ਆਪ ਨਾ ਕਰੋ ਬਿਕੋਜ਼ ਜਦੋਂ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਨਜ਼ਰ ਆਉਂਦੀਆਂ ਨੇ ਤੇ ਗ੍ਰੀਨਰ ਪੈਸਚਰਸ ਨਜ਼ਰ ਆਉਂਦੇ ਨੇ ਤੇ ਗਲਤੀਆਂ ਵੀ ਤਾਂ ਹੁੰਦੀਆਂ ਹਾਇਰ ਅ ਕੰਸਲਟੈਂਟ ਔਰ ਅ ਲਾਇਰ ਟੂ ਹੈਲਪ ਯੂ ਵਿਦ ਸੱਚ ਐਪਲੀਕੇਸ਼ਨਸ
and this is a year you will have lot of opportunities coming your way. जे लॉकडाउन खुलेगा which we are expecting in second and the third quarter ਤੇ ਬਾਹਰੋਂ applicants ਵੀ ਆਣੇ ਸ਼ੁਰੂ ਹੋ ਜਾਣਗੇ, ਉਦੋਂ ਕੈਨੇਡੀਅਨ ਐਕਸਪੀਰੀਅੰਸ ਦਾ ਥੋੜਾ ਜਿਹਾ ਨੰਬਰ ਥੋੜੇ ਜਿਹੇ ਘਟ ਜਾਣਗੇ. So till then the focus on PNPs and CEC would be on in Canada applicants. So ਆਪਣਾ ਪ੍ਰੋਫਾਈਲ ਕ੍ਰੀਏਟ ਕਰੋ. ਪ੍ਰੋਫਾਈਲ ਕ੍ਰੀਏਟ ਕਰਨ ਦੇ ਵਿੱਚ ਹੈਲਪ ਚਾਹੀਦੀ ਹੈ, ICC ਇਮੀਗ੍ਰੇਸ਼ਨ ਦਾ ਸਾਨੂੰ ਕੰਟੈਕਟ ਕਰ ਸਕਦੇ, we will assist you and guide you for the entire application till you get your permanent residency. ਸਰ ਹਮੇਸ਼ਾ ਤੁਹਾਡੇ ਕੋਲ ਵੀ ਕੁਝ ਜੋਬ ਓਪਰਚੁਨਿਟੀਜ਼ ਹੁੰਦੀਆਂ ਨੇ, ਇਸ ਵਾਰ ਵੀ ਤੁਹਾਡੇ ਕੋਲ ਹੈ? ਬਿਲਕੁਲ ਤਰਨ ਜੀ, ਸਾਡੇ ਕੋਲ ਇਸ ਟਾਈਮ ਤੇ ਓਪਨਿੰਗਸ ਹਸਪਿਟੈਲਿਟੀ ਸੈਕਟਰ ਦੀਆਂ ਓਨਟਾਰੀਓ ਦੀਆਂ ਵੀ ਹੈਗੀਆਂ, ਨੋਵਾ ਸਕੋਸ਼ੀਆ ਐਂਡ ਨਿਊ ਬ੍ਰੰਸਵਿਕ ਦੀਆਂ ਵੀ ਹੈਗੀਆਂ. ਸੋ ਸਾਡੇ ਕੋਲ ਲਾਈਨ ਕੁਕਸ ਦੀਆਂ, ਰੈਸਟੋਰੈਂਟ ਸੁਪਰਵਾਈਜ਼ਰ ਦੀਆਂ, ਫੂਡ ਕਾਊਂਟਰ ਸੁਪਰਵਾਈਜ਼ਰਸ ਦੀਆਂ ਓਪਨਿੰਗਸ ਹੈਗੀਆਂ, ਫਰੰਟ ਡੈਸਕ ਸੁਪਰਵਾਈਜ਼ਰ ਦੀਆਂ ਓਪਨਿੰਗਸ ਹੈਗੀਆਂ. ਸੋ ਜੇ ਤੁਹਾਡਾ ਐਕਸਪੀਰੀਅੰਸ ਹਸਪੀਟਲ, ਈਵਨ ਐਡਮਿਨਿਸਟ੍ਰੇਟਿਵ ਜੌਬਸ ਦੀਆਂ ਵੀ ਓਪਨਿੰਗਸ ਹੈਗੀਆਂ. ਸੋ ਜੇ ਤੁਹਾਡਾ ਐਕਸਪੀਰੀਅੰਸ ਇਸ ਤਰ੍ਹਾਂ ਦਾ ਹੈਗਾ ਜਾਂ ਇਸ ਤਰ੍ਹਾਂ ਦੀ ਓਪਨਿੰਗਸ ਤੁਸੀਂ ਲੱਭ ਰਹੇ ਹੈਗੇ ਹੋ, ਹਾਲੇ ਤੱਕ ਤੁਹਾਨੂੰ ਨੌਕਰੀ ਦੀ ਜੌਬ ਹੀ ਨਹੀਂ ਮਿਲ ਪਾ ਰਹੀ, ਤੇ ICC ਤੇ ਜ਼ਰੂਰ ਕੰਟੈਕਟ ਕਰੋ. ਵੀ ਵੁੱਡ ਬੀ ਏਬਲ ਟੂ ਅਸਿਸਟ ਯੂ ਐਂਡ ਗਾਈਡ ਯੂ. ਐਂਡ ਓਨਲੀ ਥਿੰਗ ਇਜ਼ CV ਫਾਰਵਰਡ ਕਰੋ ਐਂਡ ਤੁਹਾਡੀ ਇੰਟਰਵਿਊ ਕਰਵਾਵਾਂਗੇ. ਵਾਈ ਡੂ ਵੀ ਹੈਵ ਓਪਨਿੰਗਸ? ਬਿਕੋਜ਼ ਸਾਡੇ ਕੋਲ ਵੀ ਹੈਵ ਬੀਨ ਇਨ ਬਿਜ਼ਨਸ ਫॉर 14+ ਈਅਰਸ. ਜਿਹੜੇ ਵੀ ਦੋਸਤਾਂ ਦੇ ਕੋਲ ਓਪਨਿੰਗਸ ਆਉਂਦੀਆਂ ਜਿਨ੍ਹਾਂ ਨਾਲ ਅਸੀਂ ਕੰਮ ਕੀਤਾ ਹੋਇਆ, ਉਹ ਦੇ ਰੀਚ ਆਊਟ ਟੂ ਅਸ ਕਿ ਜੇ ਤੁਸੀਂ ਐਪਲੀਕੈਂਟ ਦੇ ਸਕਦੇ ਹੋ. ਸੋ ਦੈਟ ਇਜ਼ ਹਾਊ ਵੀ ਗੈਟ ਦੋਜ਼ ਓਪਨਿੰਗਸ. ਸੋ ਜੇ ਆਪਣੀ CV ਸਾਨੂੰ ਫਾਰਵਰਡ ਕਰ ਦਿਓ, ਤੁਹਾਡੀ ਇੰਟਰਵਿਊ ਕਰਵਾਵਾਂਗੇ ਐਂਡ ਹੋਪਫੁਲੀ ਯੂ ਗੈਟ ਦ ਜੌਬ. ਐਂਡ ਤੁਸੀਂ ਸਾਲ ਬਾਅਦ CEC ਦੇ ਵਿੱਚ ਜਾਂ PNPs ਦੇ ਵਿੱਚ ਆਰਾਮ ਨਾਲ ਕੁਆਲੀਫਾਈ ਕਰ ਸਕੋਗੇ. ਜੀ ਬਿਲਕੁਲ. ਤੇ ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੁੰਦੇ? ਸਿਰਫ ਇੱਕੋ ਚੀਜ਼ ਕਹਿਣਾ ਚਾਹਾਂਗੇ ਜੀ, ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਐਂਡ ਸਟ੍ਰੇਟ ਫਾਰਵਰਡ ਇਨਫੋਰਮੇਸ਼ਨ ਲੈਣ ਵਾਸਤੇ ਤਿਆਰ ਹੋ. ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਵਿਦ ਇਨ ਕੈਨੇਡਾ ਬੈਠੇ ਹੋਏ ਹੋ ਐਂਡ ਤੁਹਾਡੇ ਕੋਲ ਜੌਬ ਹੀ ਨਹੀਂ ਹੈਗੀ, ਜਾਂ ਆਪਣਾ ਤੁਹਾਡਾ ਵੀਜ਼ਾ ਐਕਸਪਾਇਰ ਹੋਣ ਤੇ ਆ ਗਿਆ, ਤੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲਓ. ਬਿਕੋਜ਼ ਕੁਝ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਆਪਣੇ ਕੇਸ ਖਰਾਬ ਨਾ ਕਰ ਲਿਆ ਜੇ. ਬਿਕੋਜ਼ ਸਾਡੇ ਕੋਲ ਮੇਰੇ ਕੋਲ ਕੱਲ੍ਹ ਵੀ ਇੱਕ ਬੱਚਾ ਇਹੋ ਜਿਹਾ ਆਇਆ ਸੀਗਾ ਜਿਹਨੇ ਜੁਲਾਈ ਦੇ ਵਿੱਚ ਆਪਣੀ ਪੋਸਟ ਗ੍ਰੈਡ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾਈ ਸੀਗੀ, ਐਂਡ ਅੱਜ ਮਾਰਚ ਤੱਕ ਉਹਨਾਂ ਦੇ ਕੋਲ ਕੋਈ ਅਪਡੇਟਸ ਨਹੀਂ ਹੈਗੀਆਂ ਕਿ ਕੋਈ ਇਸ਼ੂ ਨਹੀਂ ਹੋਇਆ. ਸੋ ਕਈ ਵਾਰੀ ਛੋਟੀ ਛੋਟੀ ਗਲਤੀਆਂ ਤੁਹਾਨੂੰ ਬੜੀਆਂ ਭਾਰੀਆਂ ਪੈ ਜਾਂਦੀਆਂ ਹੈਗੀਆਂ. ਸੋ ਇਸੇ ਤਰ੍ਹਾਂ ਜਦੋਂ ਪ੍ਰੋਫਾਈਲ ਕ੍ਰੀਏਟ ਕਰੋ, ਮੇਕ ਸ਼ੋਰ ਯੂ ਡੂ ਇਟ ਡਿਲੀਜੈਂਟਲੀ, ਤਾਂ ਕਿ ਕੋਈ ਵੀ ਇਸ਼ੂ ਤੁਹਾਨੂੰ ਬਾਅਦ ਚੋਂ ਨਾ ਆਵੇ. ਐਂਡ ਜੇ ਤੁਸੀਂ ਬਿਜ਼ਨਸਮੈਨ ਹੈਗੇ ਹੋ ਐਂਡ ਯੂ ਪਲਾਨ ਟੂ ਐਸਟੈਬਲਿਸ਼ ਯੋਰ ਬਿਜ਼ਨਸ ਇਨ ਕੈਨੇਡਾ, ਤੇ ਰੀਚ ਆਊਟ ਟੂ ICC ਇਮੀਗ੍ਰੇਸ਼ਨ ਐਂਡ ਵੀ ਵਿਲ ਬੀ ਹੈਪੀ ਟੂ ਅਸਿਸਟ ਯੂ ਇਨ ਯੋਰ in your journey to Canada. ਬਿਲਕੁਲ ਸਰ. ਤੇ ਮਿਸੀਸਾਗਾ ਵੈਸੇ ਖੁੱਲ ਚੁੱਕੇ ਆ, ਆਫਿਸਿਸ ਖੁੱਲ ਹੋ ਚੁੱਕੇ ਨੇ ਤੁਹਾਡੇ, ਜੇ ਅਪਾਇੰਟਮੈਂਟ ਵਗੈਰਾ ਬੁੱਕ ਕਰਵਾਉਣੀ? ਹਾਂਜੀ ਤਰਨ, ਬਿਲਕੁਲ ਅਸੀਂ ਅਪਾਇੰਟਮੈਂਟ ਦੇ ਨਾਲ ਮਿਲ ਰਹੇ ਹਾਂ ਜੀ. ਤੇ ਜੇ ਤੁਸੀਂ ਸਾਡੇ ਨਾਲ 1-on-1 ਅਪਾਇੰਟਮੈਂਟ ਰੱਖਣਾ ਚਾਹੁੰਦੇ ਹੈਗੇ ਹੋ, ਵੀ ਕੈਨ ਡੂ ਇਟ ਓਵਰ ਦਾ ਸਕਾਈਪ, ਓਵਰ ਦਾ ਵੀਡੀਓ ਕਾਲ, ਔਰ ਜੇ ਤੁਸੀਂ ਆਫਿਸ ਆ ਕੇ 1-on-1 ਮਿਲਣਾ ਹੈਗਾ ਤਾਂ ਵੀ ਤੁਹਾਨੂੰ ਪ੍ਰਾਇਰ ਅਪਾਇੰਟਮੈਂਟ ਲੈਣੀ ਪਏਗੀ, ਐਂਡ ਵੀ ਆਰ ਅਵੇਲੇਬਲ ਫॉर दैट ਐਜ਼ ਵੈਲ. ਜੀ ਬਿਲਕੁਲ. ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ. ਥੈਂਕ ਯੂ ਵੈਰੀ ਮਚ ਤਰਨ, ਇਟਸ ਆਲਵੇਜ਼ ਅ ਪਲੇਜ਼ਰ. ਥੈਂਕ ਯੂ. ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ. ਤੁਸੀਂ ਮਨੂ ਦੱਤਾ ਜੀ ਤੋਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇਹਨਾਂ ਦੇ ਆਫਿਸਿਸ ਵਿੱਚ ਕਾਲ ਕਰ ਸਕਦੇ ਹੋ, ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ. ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ. ਦੇਖਦੇ ਰਹੋ ਹਮਦਰਦ TV. ਸਤਿ ਸ਼੍ਰੀ ਅਕਾਲ. ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ.